ਸ੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਾਂ ਅੰਗਦ ਦੁਖ ਨਿਕੰਦਨ, ਅਮਰ ਦਾਸ ਗੁਰ ਹਿਰਦੈ ਧਿਆਵਉ, ਹਿਰਦੈ ਧਿਆਵਉ। ਸ਼੍ਰੀ ਗੁਰ ਰਾਗੁਣ ਗਾਵਉ, ਜਨ ਬਿਘੇ ਨ ਸਕੈ, ਬਿਘਨਾ ਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਿ, ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਧਾਰੋਂ ਧਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦਾਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਧ, ਬੰਦਾਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵੇਗਾਨਾ ਵਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵੇਗਾਨਾ ਵਿਨਾਸਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਇਉਂ ਸੁਨ ਕੈ ਮੈਂ ਦ્વੈ ਕਰ ਬੰਦੇ, ਬੰਦਨ ਕੀਨ ਚਰਨ ਅਰਬਿੰਦੇ। ਪ੍ਰਭ ਜੀ ਅਬ ਮੁਝ ਦੇਹੁ ਰਜਾਈ, ਤਲਵੰਡੀ ਮਹਿ ਰਹਿਉ ਜਾਈ। ਇਉਂ ਸੁਨ ਕੈ ਮੈਂ ਦ્વੈ ਕਰ ਬੰਦੇ, ਬੰਦਨ ਕੀਨ ਚਰਨ ਅਰਬਿੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗਾਹੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਿਕ, ਹਲਤ ਪਲਤ ਕੇ ਰਖਿਅਕ, ਵਾਲੀਏ ਦੋ ਜਹਾਨ। ਸ਼ਬਦਾ ਅਵਤਾਰ ਸ਼ਬਦ ਗੁਰੂ, ਧੰਨ ਧੰਨ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਧੰਨ ਦਸਮੇਸ਼ ਪਿਤਾ ਸਰਬੰਸਦਾਨੀ ਸਤਿਗੁਰੂ ਅੰਮ੍ਰਿਤ ਕੇ ਦਾਤੇ ਚੋਜੀ ਪ੍ਰੀਤਮ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਮੁਕੱਦਸ ਅਸਥਾਨ ਤਖਤ
ਜੁਲ ਬੈਠੀ ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ, ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਕੋਲ ਭਾਈ ਬੂੜਾ ਜੀ ਆਉਂਦੇ ਹਨ। ਸਰੀਰ ਦੀ ਆਰਬਲਾ ਬਹੁਤ ਘੱਟ ਹੈ, ਬਹੁਤ ਛੋਟੀ ਹੈ, ਲੇਕਿਨ ਆਤਮਿਕ ਅਵਸਥਾ ਬਹੁਤ ਜ਼ਿਆਦੀ ਸੀ ਉਹਨਾਂ ਦੀ। ਜਦੋਂ ਸਤਿਗੁਰੂ ਮਹਾਰਾਜ ਜੀ ਦੇ ਨਾਲ ਉਹਨਾਂ ਨੇ ਬਚਨ ਵਿਲਾਸ ਕਰਨਾ ਕੀਤਾ ਤਾਂ ਮਹਾਰਾਜ ਜੀ ਨੇ ਕਿਹਾ, ਬੇਟਾ ਨਾਮ ਤਾਂ ਤੇਰਾ ਬੂੜਾ ਹੈ, ਲੇਕਿਨ ਤੇਰੀ ਅਵਸਥਾ ਤਾਂ ਬੁੱਢਿਆਂ ਵਾਲੀ ਹੈ, ਵੱਡਿਆਂ ਵਾਲੀ ਹੈ, ਤੇ ਅੱਜ ਤੋਂ ਤੇਰਾ ਨਾਮ ਬੂੜਾ ਨਹੀਂ, ਗੁਰੂ ਘਰ ਦੇ ਵਿੱਚ ਤੇਰਾ ਨਾਮ ਭਾਈ ਬੁੱਢਾ ਹੋਵੇਗਾ। ਸਤਿਗੁਰੂ ਮਹਾਰਾਜ ਜੀ ਨੇ ਭਾਈ ਬੁੱਢਾ ਕਰਕੇ ਸੰਬੋਧਨ ਕਰਨਾ ਕੀਤਾ ਤੇ ਬੇਅੰਤ ਵਰ ਦੇਣੇ ਕੀਤੇ। ਮਹਾਰਾਜ ਜੀ ਨੇ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ, ਜਿਹੜੀ ਤੁਹਾਡੀ ਸੰਗਤ ਕਰੇਗਾ ਉਹ ਵੀ ਤਰ ਜਾਵੇਗਾ। ਜਿਹਨੇ ਆਪ ਜੀ ਤੋਂ ਸਿੱਖੀ ਨੂੰ ਧਾਰਨ ਕਰਨਾ ਹੈ, ਸਿੱਖੀ ਦੀ ਪ੍ਰਾਪਤੀ ਕਰਨੀ ਹੈ, ਉਹ ਸਿੱਖ ਬਣਨਗੇ। ਤੇ ਨਾਲ ਮਹਾਰਾਜ ਜੀ ਨੇ ਇਹ ਵੀ ਬਚਨ ਕੀਤਾ ਕਿ ਬਾਬਾ ਬੁੱਢਾ ਤੇਰੇ ਤੋਂ ਓਲੇ ਕਦੇ ਨਾ ਹੋਸਾਂ। ਨਾਲ ਇਹ ਵੀ ਕਿਹਾ ਕਿ ਤੁਸੀਂ ਸਿੱਖੀ ਦੀ ਹੱਦ ਹੋਗੇ ਹੱਦ। ਇਹ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ, ਬੇਅੰਤ ਉਹਨਾਂ ਨੂੰ ਵਰ ਦਿੱਤੇ। ਉਸ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਬਚਪਨ ਤੋਂ ਹੀ ਮਾਧੋ ਇਹ ਜਨਮ ਤੁਮਾਰੇ ਲੇਖੇ, ਉਹਨਾਂ ਨੇ ਆਪਣਾ ਸਾਰਾ ਜਨਮ ਗੁਰੂ ਘਰ ਦੇ ਪ੍ਰਤੀ ਸਮਰਪਿਤ ਕਰ ਦੇਣਾ ਕੀਤਾ। ਗੁਰੂ ਘਰ ਦੇ ਨਾਮ ਤੇ ਆਪਣਾ ਸਾਰਾ ਜਨਮ ਲੇਖੇ ਲਾ ਲਿਆ ਹੈ। ਉਸ ਤੋਂ ਬਾਅਦ ਭਾਈ ਬਾਲਾ ਜੀ ਦੇ ਮਨ ਦੇ ਵਿੱਚ ਆਇਆ ਕਿ ਚਲੋ ਬਹੁਤ ਚਿਰ ਹੋਇਆ ਮਹਾਰਾਜ ਜੀ ਦੇ ਨਾਲ, ਚਲੋ ਆਪਾਂ ਚਲੀਏ ਆਪਣੇ ਜੱਦੀ ਪੁਸ਼ਤੀ ਨਗਰ ਤਲਵੰਡੀ ਦੇ ਵਿੱਚ। ਤੇ ਉਹਨਾਂ ਨੇ ਫਿਰ ਆ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਸੁਤੇ ਸਿੱਧੀ ਇੱਕ ਦਿਨ ਬਚਨ ਕਰਨਾ ਕੀਤਾ, ਬੇਨਤੀ ਕੀਤੀ। ਦੇ ਕੋਲ ਭਾਜੀ ਭਾਵ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਆਗਮਨ ਨਹੀਂ ਹੁੰਦਾ। ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਸਤਿਗੁਰੂ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਇਹ ਜੋਤ ਦੂਜੇ ਜਾਮੇ ਦੇ ਵਿੱਚ ਭਾਈ ਲਹਿਣੇ ਦੇ ਵਿੱਚ ਜਾ ਕਰਕੇ ਟਿਕੇਗੀ। ਪਹਿਲੇ ਉਹਨਾਂ ਦਾ ਨਾਮ ਭਾਈ ਲਹਿਣਾ ਹੋਵੇਗਾ, ਤ੍ਰੇਹਣ ਉਹਨਾਂ ਦੀ ਗੋਤ ਹੋਵੇਗੀ, ਲੇਕਿਨ ਸਾਡੇ ਅੰਗ ਦੇ ਨਾਲ ਲੱਗ ਕਰਕੇ ਅਸਾਂ ਨੇ ਉਹਨਾਂ ਨੂੰ ਆਪਣਾ ਅੰਗ ਅੱਧ ਬਣਾ ਦੇਣਾ, ਅੱਧਾ ਅੰਗ ਉਹਨਾਂ ਨੂੰ। ਜਿਸ ਤਰ੍ਹਾਂ ਕਿ ਜਿਹੜੀ ਘਰਵਾਲੀ ਹੁੰਦੀ ਹੈ ਉਹਨੂੰ ਅਰਧੰਗ ਨਹੀਂ ਕਿਹਾ ਜਾਂਦਾ, ਅਰਧ ਅੰਗ ਜਿਹੜਾ ਹੈ, ਭਾਵ ਕਿ ਫਿਰ ਦੋਵਾਂ ਦੇ ਕਰਕੇ ਇੱਕ ਜਿਹੜਾ ਪੂਰਾ ਹੁੰਦਾ, ਇੱਕ ਜੋਤ ਦੋਏ ਮੂਰਤੀ ਧਨ ਫਿਰ ਕਹੀਐ ਸੋਏ। ਇਹ ਅਵਸਥਾ ਜੋ ਮਹਾਰਾਜ ਜੀ ਨੇ ਦੱਸਣੀ ਕੀਤੀ। ਮਹਾਰਾਜ ਜੀ ਨੇ ਕਿਹਾ ਇਸ ਤਰ੍ਹਾਂ ਹੀ ਜੋਤ ਇੱਕ ਹੋਵੇਗੀ, ਮੂਰਤੀਆਂ ਦੋ ਹੋ ਜਾਣਗੀਆਂ। ਇਹ ਮਹਾਰਾਜ ਜੀ ਨੇ ਆਉਣ ਤੋਂ ਪਹਿਲਾਂ ਹੀ ਇਹ ਬਚਨ ਕਰ ਦਿੱਤਾ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੂਜੇ ਸਤਿਗੁਰੂ ਮਹਾਰਾਜ ਜੀ ਹੋਣਗੇ। ਉਹਨਾਂ ਨੇ ਵੀ ਬੇਅੰਤ ਜੀਆਂ ਦਾ ਉਧਾਰ ਕਰਨਾ ਹੈ। ਇੱਥੋਂ ਤੱਕ ਪਿਆਰਿਓ ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਇਹ ਇਤਿਹਾਸ ਆਪ ਜੀਆਂ ਨੇ ਸਰਵਣ ਕਰਨਾ ਕੀਤਾ ਸੀ। ਆਓ ਪਿਆਰਿਓ ਅਗਲੀ ਆਉਣ ਵਾਲੀ ਜੋ ਲੜੀਵਾਰ ਕਥਾ ਉਹਨੂੰ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ।
ਸਾਹਿਬ ਜੀ। ਚੌਪਈ। ਇਉਂ ਸੁਨ ਕੈ ਮੈਂ ਦੁਐ ਕਰ ਬੰਦੇ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਮੇਰੇ ਵਿੱਚ ਤੇ ਕੋਈ ਭੇਦ ਨਹੀਂ ਰਵੇਗਾ। ਇੱਕ ਜੋਤ ਤੇ ਦੋਏ ਮੂਰਤੀ ਵਾਲੀ ਅਵਸਥਾ ਬਣ ਜਾਵੇਗੀ। ਅਸੀਂ ਇੱਕੋ ਰੂਪ ਹੋਵਾਂਗੇ। ਇਹ ਮਹਾਰਾਜ ਜੀ ਨੇ ਜਦੋਂ ਬਚਨ ਕੀਤਾ ਤੇ ਸਤਿਗੁਰੂ ਮਹਾਰਾਜ ਜੀ ਦਾ ਇਹ ਪਾਵਨ ਬਚਨ ਸੁਣ ਕਰਕੇ ਭਾਈ ਬਾਲਾ ਜੀ ਨੇ ਦੋਵੇਂ ਹੱਥ ਜੋੜਨੇ ਕੀਤੇ। ਬੰਧਨ ਕੀਨ ਚਰਨ ਅਰਬਿੰਦੇ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਬੰਦਨਾ ਕੀਤੇ ਭਾਈ ਮਰਦਾ ਜੀ ਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸਨੀਕ ਸਨ ਤਲਵੰਡੀ ਜੋ ਹੈ ਸਾਬੋ ਕੀ ਤਲਵੰਡੀ ਜਿਹਨੂੰ ਕਿਹਾ ਜਾਂਦਾ, ਰਾਏ ਭੋਏ ਦੀ ਤਲਵੰਡੀ ਜਿਹਨੂੰ ਕਿਹਾ ਜਾਂਦਾ, ਕਿਉਂਕਿ ਤਲਵੰਡੀ ਨਾਮ ਦੇ ਪਿਆਰਿਓ ਬਹੁਤ ਸਾਰੇ ਨਗਰ ਪੰਜਾਬ ਦੇ ਵਿੱਚ ਮਸ਼ਹੂਰ ਹਨ ਤੇ ਪੰਜਾਬ ਸਰਕਾਰ ਨੇ ਉਹਦਾ ਨਾਮ ਕਿ ਨਾਨਕ ਦਾ ਘਰ ਹੈ ਤੇ ਇਹ ਨਾਮ ਦੇ ਨਾਲ ਉਹ ਨਗਰ ਪ੍ਰਚਲਿਤ ਹੋਇਆ। ਫਿਰ ਹੌਲੀ ਹੌਲੀ ਉਹਦਾ ਨਾਮ ਨਨਕਾਣਾ ਸਾਹਿਬ ਕਰਕੇ ਪੈ ਗਿਆ ਤੇ ਇਹ ਕਹਿਣ ਲੱਗੇ ਭਾਈ ਬਾਲਾ ਜੀ ਕਿਰਪਾ ਕਰੋ ਮਹਾਰਾਜ ਮੈਨੂੰ ਆਗਿਆ ਦਿਓ ਮੈਂ ਜਾਵਾਂ ਤਲਵੰਡੀ। ਬਹੁਰ ਕਿਰਪਾ ਕਰ ਮੇਲੋ ਜਬ ਹੀ। ਤੇ ਜਦੋਂ ਕਿਰਪਾ ਕਰੋਗੇ ਫਿਰ ਆਵਾਂਗਾ। ਸਤਿਗੁਰੂ ਮਹਾਰਾਜ ਆ ਕਰਕੇ ਮਿਲਣਾ ਹੈ। ਬਹੁਤ ਚਿਰ ਹੋਇਆ ਪਰਿਵਾਰ ਦਾ ਕੋਈ ਹਾਲ ਚਾਲ ਮੈਨੇ ਨਹੀਂ ਪੁੱਛਿਆ। ਹੁਣ ਜਾ ਕਰਕੇ ਵੇਖਣਾ ਕਰਾਂ ਪਰਿਵਾਰ ਦਾ ਕੀ ਸਰਦਾ ਬਣਦਾ ਕਰਕੇ। ਦਰਸ਼ਨ ਪ੍ਰਾਪਤ ਵੈ ਹੈ ਤਬ ਹੀ। ਜਦੋਂ ਆਪ ਜੀ ਆਗਿਆ ਦਿਓਗੇ ਤਾਂ ਸਤਿਗੁਰੂ ਮਹਾਰਾਜ ਮੈਨੂੰ ਆਪ ਜੀ ਦੇ ਦਰਸ਼ਨਾਂ ਦੀ ਪ੍ਰਾਪਤੀ ਹੋਵੇਗੀ। ਦਾਸ ਜਾਨ ਚਿਤ ਚੇਤੈ ਕਰੀਏ। ਤੇ ਮੈਨੂੰ ਆਪਣਾ ਦਾਸ ਜਾਣ ਕਰਕੇ ਸਤਿਗੁਰੂ ਮਹਾਰਾਜ ਮੈਨੂੰ ਯਾਦ ਕਰਨਾ ਕਰੋ। ਭਾਵ ਕਿ ਜਿਹੜੇ ਆਪਣੇ ਹੁੰਦੇ ਹਨ ਉਹਨਾਂ ਨੂੰ ਹੀ ਪਿਆਰਿਓ ਆਪਾਂ ਯਾਦ ਕਰਦੇ ਆ। ਜਿਹੜੇ ਗੈਰ ਹੁੰਦੇ ਪਰਾਏ ਹੁੰਦੇ ਭਾਵੇਂ ਉਹ ਲਾਗੇ ਕਿਉਂ ਨਾ ਹੋਣ ਆਪਾਂ ਉਹਨਾਂ ਨੂੰ ਯਾਦ ਥੋੜੀ ਕਰਦੇ। ਭਾਵ ਕਿ ਭਾਈ ਬਾਲਾ ਜੀ ਨੇ ਕਿਹਾ ਮਹਾਰਾਜ ਕਿਰਪਾ ਕਰੋ ਮੈਨੂੰ ਆਪਣਾ ਦਾਸ ਜਾਣ ਕਰਕੇ ਯਾਦ ਕਰਨਾ ਕਰੋ। ਭੂਲ ਕਹਿਓ ਕਛ ਹਿਰਦੈ ਨ ਧਰੀਏ। ਜੇ ਆਪ ਜੀ ਦੇ ਨਾਲ ਵਿਚਰਦਿਆਂ ਰਹਿੰਦਿਆਂ ਸਤਿਗੁਰੂ ਮਹਾਰਾਜ ਮੇਰੇ ਤੋਂ ਜਾਣੇ ਜਾਂ ਅਣਜਾਣੇ ਦੇ ਵਿੱਚ ਗਲਤੀਆਂ ਹੋ ਗਈਆਂ ਹੋਣਗੀਆਂ। ਭਾਵ ਕਿ ਬੰਦਾ ਤਾਂ ਪਿਆਰਿਓ ਗਲਤੀਆਂ ਦਾ ਪੁਤਲਾ ਹੁੰਦਾ ਹੈ। ਬੇਅੰਤ ਗਲਤੀਆਂ, ਕੁਛ ਗਲਤੀਆਂ ਆਪਾਂ ਪਿਆਰਿਓ ਜਾਣ ਬੁੱਝ ਕਰਕੇ ਕਰਦੇ ਹਾਂ। ਕੁਛ ਜਿਹੜੇ ਹਨ ਅਚੇਤਨ ਦੇ ਵਿੱਚ ਗਲਤੀਆਂ ਪਾਪ ਗਲਤ ਕੰਮ ਹੋ ਜਾਂਦੇ। ਲੇਕਿਨ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਕੋਲ ਆਪਾਂ ਅਰਦਾਸ ਕਰਦੇ ਹਾਂ ਬੇਨਤੀ ਕਰਦੇ ਹਾਂ ਜੇ ਜਾਣ ਕੇ ਵੀ ਕੀਤੀ ਜਾਂ ਅਣਜਾਣ ਦੇ ਵਿੱਚ ਵੀ ਤਾਂ ਸਤਿਗੁਰੂ ਮਹਾਰਾਜ ਬਖਸ਼ਿੰਦ ਹਨ। ਆਪਣੇ ਸੇਵਕਾਂ ਦੇ ਸਾਰੇ ਗੁਨਾਹਾਂ ਨੂੰ ਮਹਾਰਾਜ ਜੀ ਬਖਸ਼ ਲੈਂਦੇ। ਭਾਈ ਬਾਲਾ ਜੀ ਨੇ ਕਿਹਾ ਮਹਾਰਾਜ ਜੇ ਕੁਛ ਗਲਤੀਆਂ ਹੋ ਗਈਆਂ ਮਹਾਰਾਜ ਜੀ ਨੇ ਕਿਹਾ ਨਾ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਹਰ ਜਨ ਵਿਚਾਰ ਕਛ ਨਾ ਹੈ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਏ। ਜੋ ਹਰ ਤੇ ਹਰੀ ਕੇ ਜਨ ਹੁੰਦੇ ਹਨ ਇਹਨਾਂ ਦੇ ਵਿੱਚ ਕੋਈ ਪਿਆਰਿਓ ਦ્વੈਤ ਨਹੀਂ ਹੁੰਦੀ ਹੈ। ਜਿਸ ਤਰ੍ਹਾਂ ਜਲ ਤੇ ਉਠੈ ਅਨੇਕ ਤਰੰਗਾ ਤੇ ਜਿਸ ਤਰ੍ਹਾਂ ਜਲ ਤੋਂ ਕਈ ਤਰੰਗਾਂ ਉੱਠ ਜਾਂਦੀਆਂ ਉਹੀ ਤਰੰਗ ਫਿਰ ਪਾਣੀ ਦੇ ਵਿੱਚ ਮਿਲ ਕਰਕੇ ਪਾਣੀ ਦਾ ਰੂਪ ਬਣ ਜਾਂਦੀ ਹੈ। ਇਸ ਤਰ੍ਹਾਂ ਹੀ ਹਰ ਤੇ ਹਰਜਨ ਦੇ ਵਿੱਚ ਕੋਈ ਫਰਕ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਨੇ ਕਿ ਨਾਲ ਰਹਿ ਕਰਕੇ ਸਾਡੇ ਵਰਗੇ ਹੋ ਗਏ ਹੋ। ਅੰਗੀ ਲੋਕ ਪਰਲੋਕ ਮਝਾਰੀ। ਸਤਿਗੁਰੂ ਜੀ ਕਹਿਣ ਲੱਗੇ ਜਿਹਦੀ ਅਸੀਂ ਬਾਹ ਫੜਦੇ ਆ ਬਾਹ ਜਿਨ੍ਹਾਂ ਦੀ ਪਕੜੀ ਐ ਸਿਰ ਦੀਜੈ ਬਾਹ ਨਾ ਛੋੜੀ ਐ। ਜੇ ਅਸਾਂ ਨੇ ਕਿਹਦੀ ਬਾਹ ਫੜ ਲਈ ਐ ਤੇ ਅਸੀਂ ਲੋਕ ਦੇ ਵੀ ਸੰਗੀਆਂ ਤੇ ਪਰਲੋਕ ਦੇ ਵਿੱਚ ਵੀ ਅਸੀਂ ਸੰਗੀਆਂ। ਗੋਲੇ ਸੀ ਵੀ ਭਾਵੇਂ ਜਿੰਨਾ ਮਰਜੀ ਜਿਹਦੇ ਨਾਲ ਪਿਆਰ ਹੋਵੇ ਜੋ ਮਰਜੀ ਹੋ ਜਾਵੇ ਤਨ ਕਰਕੇ ਪਿਆਰਿਓ ਕੋਈ ਪੂਰੀ ਤਰ੍ਹਾਂ ਦੇ ਨਾਲ ਨਹੀਂ ਮਿਲਦਾ।
ਕਈ ਵਾਰੀ ਵਿਛੋੜਾ ਪੈ ਜਾਂਦਾ ਹੈ, ਆਪਾਂ ਪਰਿਵਾਰ ਵਾਲਿਆਂ ਦੇ ਵੀ ਨਾਲ ਰਹਿੰਦੇ ਆ ਕਿ ਆਪ ਜੀ ਦੇਖੋ ਕਿ ਸਾਰਾ 24 ਘੰਟੇ ਆਪਾਂ ਤਨ ਕਰਕੇ ਨਾਲ ਥੋੜੀ ਰਹਿੰਦੇ। ਕਈ ਵਾਰੀ ਕੰਮ ਕਾਜ ਕਰਨ ਵਾਸਤੇ ਆਪਾਂ ਬਾਹਰ ਅੰਦਰ ਚੱਲ ਜਾਂਦੇ। ਇਹ ਤਨ ਦਾ ਤਾਂ ਧਰਮ ਹੀ ਹੈ, ਤਨ ਤਾਂ ਜਿਹੜਾ ਵਿਛੜਨ ਜੋਗਾ ਹੈ, ਇਹਨੇ ਤਾਂ ਵਿਛੜ ਹੀ ਜਾਣਾ। ਜਿਨ ਮਨ ਮਿਲੇ ਨਾ ਵਿਛੜੇ ਕੋਈ, ਜਿਹੜਾ ਮਨ ਕਰਕੇ ਮਿਲ ਜਾਂਦਾ ਨਾ, ਤੇ ਜਿਨ ਮਨ ਮਿਲਿਆ ਸੋ ਮਿਲ ਰਹਿਆ। ਮਿਲਿਆ ਕਹੀਐ ਸੋਈ, ਭਾਵ ਕੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ, ਜਿਹੜਾ ਪਿਆਰਿਓ ਮਨ ਕਰਕੇ ਗੁਰੂ ਕੇ ਨਾਲ ਮਿਲ ਜਾਂਦਾ ਉਹ ਕਦੇ ਵਿਛੋੜਾ ਉਹਨਾਂ ਨੂੰ ਨਹੀਂ ਪੈਂਦਾ, ਉਹ ਸਦਾ ਵਾਸਤੇ ਮਿਲ ਜਾਂਦੇ ਹਨ। ਤਨ ਕਰਕੇ ਮਿਲਣਾ ਤਾਂ ਪਿਆਰਿਓ ਇਹ ਕਦਾਚਿਤ ਨਹੀਂ ਹੋ ਸਕਦਾ, ਕਿਹਦੇ ਨਾਲ ਵੀ ਨਹੀਂ ਹੋ ਸਕਦਾ। ਹਾਂ, ਜਿਹੜੇ ਮਨ ਕਰਕੇ ਮੇਲੀ ਬਣ ਜਾਂਦੇ ਹਨ, ਜਿਨ੍ਹਾਂ ਦਾ ਮਨ ਮਿਲ ਜਾਵੇ ਤੇ ਉਹ ਮਨ ਕਦੇ ਵਿਛੜਦਾ ਨਹੀਂ ਹੈ। ਸਦਾ ਯਾਦ ਤੂੰ ਹਿਰਦੇ ਹਮਾਰੇ, ਸਤਿਗੁਰੂ ਜੀ ਕਹਿਣ ਲੱਗੇ, ਕਿਉਂਕਿ ਭਾਈ ਬਾਲੇ ਨੇ ਕਿਹਾ ਨਾ ਮਹਾਰਾਜ ਯਾਦ ਕਰ ਲਿਆ ਕਰੋ, ਕਦੇ ਕਦਾਈ ਯਾਦ ਜਦੋਂ ਆਵੇਗੀ ਨਾ ਤੇ ਕਹਿ ਦਿਆ ਕਰੋ ਕਿ ਭਾਈ ਸਾਡਾ ਸਿੱਖ ਹੁੰਦਾ ਸੀ ਭਾਈ ਬਾਲਾ, ਅਸੀਂ ਇਕੱਠੇ ਵਿਚਰਦੇ ਸਾਂ, ਕਦੇ ਯਾਦ ਕਰ ਲਿਓ। ਤਾਂ ਸਤਿਗੁਰੂ ਜੀ ਕਹਿਣ ਲੱਗੇ, ਕਦੇ ਕਦਾਈ ਕਿਉਂ ਕਰਨਾ ਭਾਈ, ਤੇਰੇ ਨਾਲ ਤਾਂ ਸਾਡਾ ਬਹੁਤ ਜ਼ਿਆਦਾ ਪ੍ਰੇਮ ਹੈ, ਸਦਾ ਤੈਨੂੰ ਅਸਾਂ ਨੇ ਯਾਦ ਕਰਨਾ, ਯਾਦ ਵਿੱਚ ਰੱਖਣਾ। ਪਰਮ ਮੀਤ ਕਿਉਂ ਦੇਹ ਵਿਸਾਰੇ, ਤੂੰ ਤਾਂ ਸਾਡਾ ਪਰਮ ਮਿੱਤਰ ਹੈ ਤੇ ਤੈਨੂੰ ਅਸਾਂ ਨੇ ਕਿਉਂ ਵਿਸਾਰਨਾ, ਕਿਉਂ ਭੁੱਲਣਾ ਹੈ। ਭਾਵ ਕਿ ਜਿਹੜੇ ਪਰਮ ਮਿੱਤਰ ਹੁੰਦੇ, ਜਿਨ੍ਹਾਂ ਦੇ ਨਾਲ ਮਨ ਮਿਲ ਜਾਵੇ, ਉਹ ਪਿਆਰਿਓ ਫਿਰ ਛੇਤੀ ਕੀਤੀਆਂ ਮਨ ਦੇ ਵਿੱਚੋਂ ਜਾਂਦੇ ਨਹੀਂ ਹਨ, ਸਦਾ ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ। ਸਤਿਗੁਰੂ ਜੀ ਕਹਿਣ ਲੱਗੇ, ਸਦਾ ਭਾਈ ਤੂੰ ਸਾਡੇ ਅੰਗ ਸੰਗ ਹੋਵੇਗਾ, ਅਸੀਂ ਤੈਨੂੰ ਯਾਦ ਕਰਾਂਗੇ। ਸੁਨ ਕੇ ਪੁਨ ਬੰਧਨ ਮੈਂ ਕੀਨੀ, ਸੁਣ ਕਰਕੇ ਭਾਈ ਬਾਲਾ ਜੀ ਕਹਿੰਦੇ, ਮੈਨੇ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਬੰਦਨਾ ਕੀਤੀ ਹੈ। ਗਮਨ ਕੀਨ ਜਬ ਆਏ ਸੁਦੀਨੀ, ਫਿਰ ਮਹਾਰਾਜ ਜੀ ਨੇ ਜਦੋਂ ਆਗਿਆ ਦਿੱਤੀ, ਵਾਪਸ ਛਬ 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 ਮਨ 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 ਜਦ 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 ਜਿੰਨੀ ਤੇਰੇ ਮਨ ਦੇ ਵਿੱਚ ਸੁੱਧ ਸੀ ਨਾ, ਮਹਾਰਾਜ ਜੀ ਦਾ ਇਤਿਹਾਸ ਸੀ। ਤਿਤੀ ਕਥਾ ਇਉਂ ਦੀਨ ਸੁਨਾਈ, ਆ ਕਥਾ ਜਿਹੜੀ ਹੈ ਆਪ ਜੀ ਨੂੰ ਮਹਾਰਾਜ ਮੈਨੇ ਸਰਵਣ ਕਰਾ ਦਿੱਤੀ ਹੈ। ਰਾਵਰ ਕੀ ਮੈਂ ਪਾਏ ਰਜੀ ਕਥਾ ਕਵੀ 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 ਡਾਇ 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 ਡਾਇ। ਇਤਿਹਾਸ ਦੀ ਸ਼ੁਰੂਆਤ ਕਿਸ ਤਰ੍ਹਾਂ ਹੁੰਦੀ ਹੈ? ਪਹਿਲਾ ਅਧਿਆਇ ਦਾ ਜਦ ਆਰੰਭ ਹੁੰਦਾ ਨਾ, ਬੜੇ ਪ੍ਰੇਮ ਦੇ ਨਾਲ ਉਹਨਾਂ ਨੇ ਕਿਹਾ ਕਿ ਭਾਈ ਬਾਲਾ ਜੀ ਜਿਹੜੇ ਬੰਨਾ ਕੀਤਾ, ਤੇੜ ਲੁੰਗੀ ਬੰਨੀ ਹੋਈ ਹੈ, ਉਤੋਂ ਉਹਨਾਂ ਨੇ ਕੁੜਤਾ ਪਾਇਆ, ਉੱਚੀ ਕੁਲਹਿ ਸੀਸ ਪਰ ਤਾਰੀ, ਲੰਬੀ ਜੀ ਜਿਹੜੀ ਹੈ ਕੁਲਹਾ ਟੋਪੀ ਜਿਹੜੀ ਹੈ ਉਹਨਾਂ ਨੇ ਸਿਰ ਦੇ ਉੱਤੇ ਰੱਖਣਾ ਕੀਤਾ। ਤੇ ਇੰਜ ਪੁੱਛਦੇ ਪੁਛਾਉਂਦੇ ਉਹ ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰ ਅੰਗਦ ਦੇਵ ਜੀ ਮਹਾਰਾਜ ਜੀ ਦੇ ਕੋਲ ਤੇ ਖਡੂਰ ਸਾਹਿਬ ਦੇ ਵਿੱਚ ਪਹੁੰਚਦੇ ਹਨ।
ਪਹੁੰਚ ਕਰਕੇ ਉੱਥੇ ਜਾ ਕਰਕੇ ਕਹਿੰਦੇ ਕਿ ਮੈਂ ਸਤਿਗੁਰਾਂ ਦੇ ਦਰਸ਼ਨ ਕਰਨਾ ਹੈ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ। ਤੇ ਜਾ ਕਰਕੇ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਬਚਨ ਕੀਤਾ ਕਿ ਪੁਰਖਾ ਤੁਸੀਂ ਕੌਣ ਹੋ। ਦੇਖੋ ਜਦੋਂ ਉੱਥੇ ਪਹੁੰਚਦੇ ਸਤਿਗੁਰੂ ਮਹਾਰਾਜ ਸਿੰਘਾਸਣ ਦੇ ਉੱਤੇ ਬੈਠੇ ਹੋਏ ਹਨ, ਭਾਈ ਬਾਲਾ ਜੀ ਥੱਲੇ ਹੇਠ ਬੈਠੇ ਹੋਏ ਹਨ। ਨੇ ਪੁੱਛਿਆ ਕਿ ਤਾਂ ਗੁਰੂ ਭਾਈ ਬਾਲਾ ਜੀ ਨੇ ਕਿਹਾ ਮੇਰਾ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਸੁਣ ਕਰਕੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਖੜ ਗਏ। ਫਿਰ ਪੁੱਛਿਆ ਤੁਹਾਡਾ ਨਾਂ ਕੀ ਹੈ, ਤਾਂ ਜਦੋਂ ਭਾਈ ਬਾਲਾ ਜੀ ਕਹਿੰਦੇ ਕਿ ਮੇਰਾ ਨਾਮ ਭਾਈ ਬਾਲਾ ਹੈ ਮੇਰਾ ਨਾਮ, ਉਸੇ ਵੇਲੇ ਉਹਨਾਂ ਨੂੰ ਲੈ ਕਰਕੇ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਉਹਨਾਂ ਨੂੰ ਗਲਵਕੜੀ ਲੈਣਾ ਕੀਤਾ, ਆਪਣੀ ਜੱਫੀ ਦੇ ਵਿੱਚ ਪਾ ਲਿਆ, ਬਹੁਤ ਪ੍ਰੇਮ ਕੀਤਾ ਤੇ ਮਹਾਰਾਜ ਜੀ ਨੇ ਆਪਣੇ ਨਾਲ ਹੀ ਉਹਨਾਂ ਨੂੰ ਬਿਠਾਇਆ ਹੈ, ਬੜਾ ਸਨਮਾਨ ਕੀਤਾ। ਤੇ ਫਿਰ ਕਿਹਾ ਕਿ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ। ਭਾਈ ਬਾਲਾ ਜੀ ਨਾਮ ਤਾਂ ਤੁਹਾਡਾ ਸੁਣਿਆ ਹੋਇਆ ਹੈ, ਕਿਉਂਕਿ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਉਂਦੇ, ਉਹ ਤੋਂ ਕਈ ਵਾਰਾਂ ਪਹਿਲਾਂ ਭਾਈ ਬਾਲਾ ਜੀ ਉਹ ਵਾਪਸ ਤਲਵੰਡੀ ਨੂੰ ਚੱਲ ਗਏ ਸਨ। ਤੇ ਉਹ ਫਿਰ ਜਦੋਂ ਮਹਾਰਾਜ ਜੀ ਦੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਤੇ ਉਹਨਾਂ ਨੂੰ ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਪੁੱਛਿਆ ਕਿ ਸਤਿਗੁਰੂ ਮਹਾਰਾਜ ਜੀ ਦਾ ਤੁਸਾਂ ਨੇ ਪੂਰਾ ਜੀਵਨ ਵੇਖਿਆ, ਤੁਸੀਂ ਨਾਲ ਸੀ, ਮੈਂ ਸੁਣਿਆ ਤੇ ਇੱਕ ਤਾਂ ਮਰਦਾਨਾ ਉਹ ਕਰ ਗਿਆ ਤੁਸੀਂ ਹੋ, ਤੇ ਤੁਸੀਂ ਕਿਰਪਾ ਕਰੋ ਸਤਿਗੁਰੂ ਮਹਾਰਾਜ ਜੀ ਦਾ ਇਤਿਹਾਸ ਆਪ ਜੀ ਸਰਵਣ ਕਰਾਉਣਾ ਕਰੋ। ਤਾਂ ਭਾਈ ਬਾਲਾ ਜੀ ਪਿਆਰਿਓ ਬੈਠ ਕਰਕੇ ਮਹਾਰਾਜ ਜੀ ਨੇ ਆਪਣੇ ਵਰਗਾ ਹੀ ਇੱਕ ਆਸਨ ਲਾ ਦਿੱਤਾ ਉਹਨਾਂ ਦੇ ਵਾਸਤੇ, ਤੇ ਭਾਈ ਬਾਲਾ ਜੀ ਕਥਾ ਸਰਵਣ ਕਰਾਉਂਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਵੀ ਆ ਸਾਰੀ ਕਥਾ ਜੋ ਚੱਲ ਰਹੀ ਹੈ ਭਾਈ ਬਾਲਾ ਜੀ ਨੇ ਉਚਾਰਨ ਕੀਤਾ। ਤਾਂ ਕਰਕੇ ਪਿਆਰਿਓ ਤੇ ਜਦੋਂ ਵੀ ਇਹ ਕਥਾ ਆਉਂਦੀ ਨਾ ਆਰੰਭ ਹੁੰਦੀ ਨਾ ਕਿਸੇ ਨਵੇਂ ਅਧਿਆਇ ਦੀ, ਤੇ ਉੱਥੇ ਇੱਕ ਬਚਨ ਜ਼ਰੂਰ ਆਉਂਦਾ ਸ਼੍ਰੀ ਬਾਲਾ ਸੰਧੁਰਵਾਚ ਕਰਕੇ, ਭਾਵ ਕਿ ਆ ਕਥਾ ਭਾਈ ਬਾਲਾ ਜੀ ਜੋ ਸੰਧੂ ਗੋਤ ਦੇ ਹਨ ਉਹ ਉਚਾਰਨ ਕਰਦੇ ਹਨ। ਤੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਬਾਬਾ ਬੁੱਢਾ ਸਾਹਿਬ ਜੀ, ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਸੇਵਕ ਦੇ ਤੌਰ ਤੇ ਸੀ ਤੇ ਉਹ ਭਾਈ ਸੈਦੋ ਸੀ, ਭਾਈ ਸੈਦੋ ਲਿਖਾਰੀ ਦਾ ਕੰਮ ਕਰਦਾ, ਭਾਈ ਪੈੜਾ, ਭਾਈ ਮੁਖਾ ਇਤਿਆਦਿਕ ਬੇਅੰਤ ਜਿਹੜੇ ਹਨ, ਧਿੰਗਾ ਨਾਈ ਆਦਿਕ, ਇਹ ਗੁਰੂ ਕੇ ਸਿੱਖ ਜਿਹੜੇ ਬੈਠ ਕਰਕੇ ਭਾਈ ਬਾਲਾ ਜੀ ਇਤਿਹਾਸ ਨੂੰ ਸਰਵਣ ਕਰਾਉਂਦੇ ਤੇ ਆ ਸਾਰੇ ਸਰੋਤਾਗਣ ਇਤਿਹਾਸ ਨੂੰ ਸੁਣਦੇ ਤੇ ਲਿਖਾਰੀ ਜਿਹੜਾ ਉਹ ਨਾਲ ਲਿਖਦਾ ਜਾਂਦਾ। ਇਹ ਸਭ ਤੋਂ ਪਹਿਲਾ ਪਿਆਰਿਓ ਇਤਿਹਾਸ ਜਿਹੜਾ ਸਤਿਗੁਰੂ ਮਹਾਰਾਜ ਜੀ ਦਾ ਲਿਖਿਆ ਗਿਆ, ਜਿਹਨੂੰ ਭਾਈ ਬਾਲੇ ਵਾਲੀ ਜਨਮ ਸਾਖੀ ਬੋਲਦੇ। ਫਿਰ ਬਾਅਦ ਦੇ ਵਿੱਚ ਕਈ ਲੋਕਾਂ ਨੇ ਪਿਆਰਿਓ ਇਹਦੇ ਵਿੱਚ ਬੜਾ ਵਿਗਾੜਾ ਪਾ ਦਿੱਤਾ, ਇਹਦੇ ਵਿੱਚ ਬਹੁਤ ਸਾਰੇ ਰਲ ਗੱਡ ਕਰ ਦਿੱਤੇ ਹਨ, ਉਹ ਵੱਖਰਾ ਵਿਸ਼ਾ ਹੈ। ਲੇਕਿਨ ਆ ਸਾਰੀ ਕਥਾ ਭਾਈ ਬਾਲਾ ਜੀ ਨੇ ਉਚਾਰਨ ਕੀਤੀ। ਤਿਤੀ ਕਥਾ ਯੂੰ ਦੀਨ ਸੁਨਾਈ, ਤੇ ਕਹਿੰਦੇ ਸਤਿਗੁਰੂ ਮਹਾਰਾਜ ਮੈਨੂੰ ਜਿੰਨਾ ਪਤਾ ਸੀ ਨਾ ਬਸ ਉਥੋਂ ਤੱਕ, ਮੈਂ ਉਥੋਂ ਤੱਕ ਨਾਲ ਸੀ, ਫਿਰ ਵਾਪਸ ਮੈਂ ਤਲਵੰਡੀ ਵਿੱਚ ਆ ਗਿਆ। ਇਹ ਸਾਰੀ ਕਥਾ ਮਹਾਰਾਜ ਜੋ ਮੇਰੇ ਦ੍ਰਿਸ਼ਟੀ ਗੋਚਰ ਸੀ, ਜੋ ਮੈਨੂੰ ਯਾਦ ਆ ਗਿਆ, ਕਿਉਂਕਿ ਕਥਾ ਹੁੰਦਾ ਦਾਸ ਕਈ ਵਾਰੀ ਇਹਦੇ ਪ੍ਰਤੀ ਬੇਨਤੀ ਕਰਦਾ ਕਿ ਇੱਕ ਪਿਆਰਿਓ ਕਿਸੇ ਨਜ਼ਰੀਏ ਦੇ ਵਿੱਚ ਜਾਂ ਇੱਕ ਗ੍ਰੰਥ ਦੇ ਵਿੱਚ ਆਪਾਂ ਪੂਰਾ ਇਤਿਹਾਸ ਮੁਕੰਮਲ ਨਹੀਂ ਕਰ ਸਕਦੇ ਹਾਂ, ਕਿਉਂਕਿ ਸਤਿਗੁਰੂ ਮਹਾਰਾਜ ਜੀ ਦਾ ਬਹੁਤ ਵੱਡਾ ਇਤਿਹਾਸ ਹੈ। ਪਤਾ ਨਹੀਂ ਕਿਹੜੇ ਕਿਹੜੇ ਜੀਆਂ ਨੂੰ ਤਾਰਨਾ ਕੀਤਾ, ਕਿੱਥੇ ਕਿੱਥੇ ਗਏ। ਅੱਜ ਵੀ ਪਿਆਰਿਓ ਬਹੁਤ ਸਾਰੀਆਂ ਸਾਖੀਆਂ ਜਿਹੜੀਆਂ ਹਨ ਉਹਨਾਂ ਦੀ ਸਾਨੂੰ ਪ੍ਰਾਪਤੀ ਨਹੀਂ ਹੋਈ ਹੈ। ਲੇਕਿਨ ਜਦੋਂ ਵੀ ਇਤਿਹਾਸ ਪੜ੍ਹਨਾ ਹੋਵੇ, ਕਈ ਵਾਰੀ ਕੁਝ ਇਤਿਹਾਸਕਾਰ ਨੂੰ ਨੋਟ ਕਰਦੇ, ਕੁਝ ਉਹਨਾਂ ਤੋਂ ਭੁੱਲ ਜਾਂਦਾ। ਆਪਾਂ ਵੀ ਕੋਈ ਚੀਜ਼ ਜਦੋਂ ਯਾਦ ਕਰਦੇ ਨਾ, ਭਾਵੇਂ ਆਪਣੇ ਸਾਹਮਣੇ ਹੋਵੇ, ਆਪਾਂ ਕੁਝ ਦੱਸ ਦਿੰਦੇ ਆ, ਫਿਰ ਕੋਈ ਦੂਜਾ ਨਾਲ ਦਾ ਹੋਵੇ ਉਹ ਕਹਿ ਦਿੰਦਾ ਭਾਈ ਇਹ ਤਾਂ ਦੱਸਿਆ ਲੇਕਿਨ ਉਹ ਵੀ ਹੋਇਆ ਸੀ, ਉਹ ਵੀ ਘਟਨਾ ਵਾਪਰੀ, ਤੂਨੇ ਤਾਂ ਉਹਦਾ ਉਲੇਖ ਨਹੀਂ ਕੀਤਾ। ਕਹਿਣ ਦਾ ਭਾਵ ਕਿ ਇਤਿਹਾਸ ਬਹੁਤ ਵੱਡਾ ਹੁੰਦਾ। ਭਾਈ ਬਾਲੇ ਨੇ ਕਿਹਾ ਜਿੰਨਾ ਮੈਨੂੰ ਯਾਦ ਆਇਆ ਤੁਹਾਡੀ ਕਿਰਪਾ ਦੇ ਨਾਲ
ਉਹ ਮੈਨੇ ਸਭ ਲਿਖਵਾ ਦਿੱਤਾ, ਕਹਿ ਦਿੱਤਾ ਹੈ। ਰਾਵਰ ਕੀ ਮੈਂ ਪਾਏ ਰਜਾਈ, ਆਪ ਜੀ ਦੀ ਆਗਿਆ, ਆਪ ਜੀ ਦੀ ਰਜਾ ਪ੍ਰਾਪਤ ਕਰਕੇ ਤਲਵੰਡੀ ਮਹਿ ਰਹਿਓ ਬਹੋਰੀ। ਉਸ ਤੋਂ ਬਾਅਦ ਭਾਈ ਬਾਲਾ ਜੀ ਤਲਵੰਡੀ ਦੇ ਵਿੱਚ ਚੱਲ ਗਏ। ਧਿਆਨ ਕਰੂੰ ਬੰਦੋਂ ਤਹਿ ਠੌਰੀ, ਤੇ ਉਥੋਂ ਹੀ ਮੈਂ ਸਤਿਗੁਰਾਂ ਦਾ ਧਿਆਨ ਧਾਰਨ ਕਰਦਾ ਹਾਂ ਤੇ ਕਰਤਾਰਪੁਰ ਸਾਹਿਬ ਦੇ ਵੱਲ ਮੂੰਹ ਕਰਕੇ ਮੈਂ ਮੱਥਾ ਟੇਕ ਦਿੰਦਾ। ਸਤਿਗੁਰੂ ਮਹਾਰਾਜ ਇੱਥੋਂ ਹੀ ਮੈਂ ਤੁਹਾਨੂੰ ਨਮਸਕਾਰ ਕਰ ਰਿਹਾ ਹਾਂ ਕਰਕੇ। ਜਬ ਮੈਂ ਸੁਨਿਓ ਦੁਤੀਏ ਕੀ ਬੇਖਾ, ਭਾਈ ਬਾਲਾ ਜੀ ਕਹਿੰਦੇ ਜਦੋਂ ਮੈਨੂੰ ਪਤਾ ਚੱਲਿਆ ਕਿ ਸਤਿਗੁਰਾਂ ਨੇ ਦੂਜਾ ਸਰੀਰ ਧਾਰਨ ਕਰਨਾ ਕੀਤਾ, ਭਾਵ ਕਿ ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਇਸ ਕਰਕੇ ਪਿਆਰਿਓ ਜੋਤ ਇੱਕ ਹੈ, ਲੇਕਿਨ ਜੁਗਤੀ ਦੇ ਨਾਲ ਮਹਾਰਾਜ ਜੀ ਨੇ ਸਹਿ ਕਾਇਆ ਫੇਰ ਪਲਟੀ ਹੈ। ਕਾਇਆ ਸਤਿਗੁਰੂ ਮਹਾਰਾਜ ਜੀ ਨੇ ਪਲਟ ਦਿੱਤੀ ਹੈ। ਇਸ ਕਰਕੇ ਆਪ ਜੀ ਯਾਦ ਰੱਖੋ ਕਿ ਜੋਤ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜੋਤ ਦਸਾਂ ਜਾਮਿਆਂ ਦੇ ਵਿੱਚ ਵਿਚਰ ਕਰਕੇ ਫਿਰ ਜਗਮਗ ਜੋਤ ਬਿਰਾਜ ਰਹੀ ਸ੍ਰੀ ਗੁਰੂ ਗ੍ਰੰਥ ਮਝਾਰ। ਉਹ ਜਗਮਗਾਉਂਦੀ ਜੋਤ ਸਤਿਗੁਰੂ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਮਿਲਾ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਉਹ ਜੋਤ ਟਿਕਾ ਦਿੱਤੀ ਤੇ ਹੁਣ ਸਾਡੇ ਮੌਜੂਦਾ ਗੁਰੂ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਕਹਿਣ ਦਾ ਭਾਵ ਜਦੋਂ ਆਪ ਜੀ ਪਿਆਰਿਓ ਆਪਾਂ ਗੁਰਬਾਣੀ ਦਾ ਜਾਪ ਕਰਦੇ ਹਾਂ ਤੇ ਦੇਖੋ ਕਦੇ ਸ੍ਰੀ ਰਾਗ ਜੋ ਵੀ ਰਾਗ ਆਵੇਗਾ ਜਾਂ ਆਪਾਂ ਬਾਣੀ ਪੜ੍ਹਦੇ ਹਾਂ, ਤੀਜੇ ਪਾਤਸ਼ਾਹ ਜੀ ਦੀ ਵੀ ਬਾਣੀ ਪੜ੍ਹਦੇ ਹੋ, ਇਹ ਨਿਤਨੇਮ ਦੀ ਬਾਣੀ ਜੋ ਹਰ ਕੋਈ ਸਿੱਖ ਪੜ੍ਹਦਾ ਹੈ ਸ਼ਰਧਾ ਭਾਵਨਾ ਦੇ ਨਾਲ। ਰਾਮ ਕਲੀ ਮਹੱਲਾ ਤੀਜਾ, ਭਾਵ ਕਿ ਤੀਜੇ ਪਾਤਸ਼ਾਹ ਜੀ ਦੀ ਬਾਣੀ ਹੈ। ਲੇਕਿਨ ਅਖੀਰ ਦੇ ਵਿੱਚ ਜਦੋਂ ਵੀ ਆਵੇਗਾ ਨਾ, ਕਹੈ ਨਾਨਕ ਸੁਣੋ ਸੰਤੋ ਕਤਿਓ ਅਕਥ ਕਹਾਣੀ, ਕਹੈ ਨਾਨਕ ਕਹੋ ਨਾਨਕ ਹੈ ਗੁਰ ਤੀਜੇ ਪਾਤਸ਼ਾਹ ਦੀ ਬਾਣੀ। ਲੇਕਿਨ ਜਦੋਂ ਵੀ ਅੰਤੀਵਕਾ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕਰਕੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਤੱਕ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਵੀ ਬਾਣੀ ਦਾ ਉਚਾਰਨ ਕਰਨਾ ਕੀਤਾ, ਅੰਤੀਵਕਾ ਦੇ ਵਿੱਚ ਨਾਨਕ ਸ਼ਬਦ ਵਰਤਿਆ। ਇਹਦਾ ਕੀ ਮਤਲਬ ਹੈ ਕਿ ਭਾਈ ਬੇਸ਼ੱਕ ਸਰੀਰ ਜਦੋਂ ਉੱਤੇ ਆਪਾਂ ਪੜ੍ਹਦੇ ਹਾਂ ਸੋਰਠ ਮਹੱਲਾ ਪੰਜਵਾ ਕਿ ਇਹ ਮਹਲ ਦਾ ਮਤਲਬ ਕਿ ਇਹ ਘਰ ਜਿਹੜਾ ਹੈ ਸਰੀਰ ਰੂਪੀ ਘਰ ਪੰਜਵਾ ਘਰ ਹੈ। ਪੰਜਵੇਂ ਘਰ ਦੇ ਵਿੱਚੋਂ ਇਹ ਬਾਣੀ ਆਈ ਹੈ, ਲੇਕਿਨ ਅੰਦਰੋਂ ਬੋਲਣ ਵਾਲਾ ਕੌਣ ਹੈ? ਗੁਰੂ ਨਾਨਕ ਦੀ ਜੋਤ ਅੰਤੀਵਕਾ ਜੋਤ ਦੇ ਵਿੱਚ ਆ ਜਾਂਦੀ ਹੈ। ਕਹੈ ਨਾਨਕ ਕਹੋ ਨਾਨਕ ਕਰਕੇ, ਭਾਵ ਕਿ ਘਰ ਬਦਲ ਗਿਆ ਲੇਕਿਨ ਬੋਲਣ ਵਾਲਾ ਉਹ ਜੋਤ ਜਿਹੜੀ ਹੈ ਉਹ ਉਹੀ ਜੋਤ ਹੈ ਗੁਰੂ ਨਾਨਕ ਦੀ। ਤੇ ਇਸ ਤਰ੍ਹਾਂ ਭਾਈ ਬਾਲਾ ਜੀ ਕਹਿੰਦੇ ਕਿ ਮੈਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ ਕਿ ਮਹਾਰਾਜ ਜੀ ਨੇ ਦੂਜੇ ਤਨ ਦੇ ਵਿੱਚ ਆਪਣੀ ਜੋਤ ਟਿਕਾ ਦਿੱਤੀ, ਦਰਸ ਹੇਤ ਪੀ ਚਾਹ ਵਿਸ਼ੇਖਾ, ਮੇਰੇ ਮਨ ਦੇ ਵਿੱਚ ਦਰਸ਼ਨ ਕਰਨ ਦੀ ਬਹੁਤ ਜ਼ਿਆਦੀ ਚਾਹ ਪੈਦਾ ਹੋਈ ਹੈ। ਤਤ ਛਿਨ ਤੁਮਰੇ ਆਏ ਸਮੀਪ, ਤਤ ਛਿਨ ਮੈਂ ਆਪ ਜੀ ਦੇ ਕੋਲ ਆ ਕਰਕੇ ਪਹੁੰਚ ਗਿਆ। ਦਰਸੇ ਤੁਮ ਤੇਹਣ ਕੁਲਦੀਪ, ਹੇ ਤ੍ਰੇਹਣ ਕੁਲਦੀਪ ਆਪ ਜੀ ਦੇ ਆ ਕਰਕੇ ਮੈਨੇ ਦਰਸ਼ਨ ਕੀਤੇ। ਸੋ ਸ਼੍ਰੀ ਨਾਨਕ ਹੋ ਤੁਮ ਉਹੀ, ਭਾਈ ਬਾਲਾ ਕਿ ਸਤਿਗੁਰੂ ਮਹਾਰਾਜ ਤੁਹਾਡੇ ਵਿੱਚ ਤੇ ਗੁਰੂ ਨਾਨਕ ਦੇ ਵਿੱਚ ਕੋਈ ਫਰਕ ਨਹੀਂ ਹੈ। ਤੁਸੀਂ ਤਾਂ ਉਹੀ ਹੋ ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ ਪ੍ਰਤੀਤ ਅਤਿਸ਼ੈ ਦ੍ਰਿੜ ਮੋਹੀ, ਆ ਮੇਰੇ ਹਿਰਦੇ ਵਿੱਚ ਦ੍ਰਿੜ ਪ੍ਰਤੀਤੀ ਹੈ, ਵਿਸ਼ਵਾਸ ਹੈ, ਭਰੋਸਾ ਹੈ। ਆਪਣੀ ਕਥਾ ਆਪ ਲਿਖਵਾਈ, ਕਿਉਂਕਿ ਜੋਤ ਤਾਂ ਉਹੀ ਹੈ, ਆਪ ਨੂੰ ਤਾਂ ਸਾਰਾ ਪਤਾ, ਲੇਕਿਨ ਆਪਣੀ ਕਥਾ ਆਪ ਨੇ ਸਾਡੇ ਤੋਂ ਲਿਖਵਾਉਣੀ ਕੀਤੀ। ਦਾਸ ਜਾਨ ਮੁਝ ਦੀਨ ਵਡਾਈ, ਮੈਨੂੰ ਆਪਣਾ ਦਾਸ ਜਾਣ ਕਰਕੇ ਮੈਨੂੰ ਵਡਿਆਈ ਦਾ ਪਾਤਰ ਬਣਾਉਣਾ ਕੀਤਾ। ਸਬਿਦ ਅੰਤਰਜਾਮੀ ਜਾਨ, ਆਪ ਜੀ ਹਰ ਤਰ੍ਹਾਂ ਦੇ ਨਾਲ ਅੰਤਰਜਾਮੀ ਹੋ, ਜਾਣਨ ਵਾਲੇ ਹੋ। ਤੀਨ ਕਾਲ ਕੀ ਬਾਤ ਬਖਾਨੋ, ਇਹ ਕੀ ਗੱਲ ਹੈ ਮਹਾਰਾਜ? ਤਿੰਨਾਂ ਕਾਲ ਦੀ ਆਪ ਜੀ ਨੂੰ ਸੋਝੀ ਹੈ, ਵਰਤਮਾਨ ਭੂਤ ਤੇ ਭਵਿੱਖ ਦੀ। ਸੁਣੀ ਕਥਾ ਸ਼੍ਰੀ ਅੰਗਦ ਜਬ ਹੀ, ਆ ਸਾਰੀ ਕਥਾ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਜਦੋਂ ਸਰਵਣ ਕਰਨਾ ਕੀਤਾ। ਹਰਖਤ ਉਰ ਮੁਖ ਬੋਲੇ ਤਬ
ਹੀ। ਬਹੁਤ ਜ਼ਿਆਦਾ ਪ੍ਰਸੰਨ ਹੋ ਕਰਕੇ ਆਪਣੇ ਮੁਖਾਰ ਬਿੰਦ ਤੋਂ ਇਹ ਬਚਨ ਕੀਤਾ ਹੈ, ਉਚਾਰਨ ਕੀਤਾ। ਸੁਨ ਬਾਲੇ ਸ੍ਰੀ ਗੁਰ ਸਮ ਤੁਮ ਹੋ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਭਾਈ ਬਾਲਾ ਜੀ ਤੇ ਤੁਸੀਂ ਸਤਿਗੁਰੂ ਮਹਾਰਾਜ ਜੀ ਦਾ ਸੰਗ ਕਰਨਾ ਕੀਤਾ, ਸਤਿਗੁਰੂ ਮਹਾਰਾਜ ਜੀ ਦੇ ਨਾਲ ਵਿਚਰਦੇ ਹੋ, ਤੁਹਾਡੇ ਵਿੱਚ ਤੇ ਸਤਿਗੁਰਾਂ ਦੇ ਵਿੱਚ ਕੋਈ ਅੰਤਰ ਨਹੀਂ ਰਹਿ ਗਿਆ। ਧੰਨ ਧੰਨ ਪੁਨ ਧੰਨ ਜਨਮ ਹੋ। ਆਪ ਜੀ ਤਨ ਕਰਕੇ, ਮਨ ਕਰਕੇ, ਧਨ ਕਰਕੇ ਤੇ ਜਨਮ ਕਰਕੇ ਆਪ ਜੀ ਧਨ ਹੋ। ਦੋਹਰਾ ਤੁਮਰੋ ਮੁਖ ਰਾਂਕਾ ਸ਼ਸ਼ੀ ਸੁਧਾ ਗਿਰੀ ਸੰਭਾਇ। ਤੇ ਅੱਗੇ ਮਹਾਰਾਜ ਜੀ ਨੇ ਇੱਕ ਦ੍ਰਿਸ਼ਟਾਂਤ ਦਿੱਤਾ, ਬਚਨ ਕਰਨਾ ਕੀਤਾ ਕਿ ਤੁਹਾਡਾ ਮੁਖਾਰ ਬਿੰਦ ਜਿਹੜਾ ਹੈ, ਜਿਸ ਮੁਖ ਤੋਂ ਤੁਸਾਂ ਨੇ ਕਥਾ ਦਾ ਉਚਾਰਨ ਕਰਨਾ ਕੀਤਾ, ਇਹ ਜਾਣੋ ਕਿ ਚੰਦਰਮਾ ਹੈ। ਕਿਉਂਕਿ ਚੰਦਰਮਾ ਪੁੰਨਿਆ ਦਾ ਚੰਦਰਮਾ ਜਿਹੜਾ ਹੁੰਦਾ ਨਾ ਪੂਰਨਮਾਸ਼ੀ ਦਾ, ਤੇ ਚੰਦਰਮਾ ਦੇ ਵਿੱਚੋਂ ਪਿਆਰਿਓ ਅੰਮ੍ਰਿਤ ਝੜਦਾ ਹੈ। ਤਾਂ ਹੀ ਤਾਂ ਵਿਦਵਾਨ ਸਿਆਣੇ ਦੱਸਦੇ ਹਨ ਕਿ ਚੰਦਰਮਾ ਜਦੋਂ ਪੁੰਨਿਆ ਦੀ ਰਾਤ ਨੂੰ ਚੰਦਰਮਾ ਦੇ ਵਿੱਚੋਂ ਅਕਸ ਪੈਂਦੇ ਹਨ, ਅੰਮ੍ਰਿਤ ਝੜਦਾ। ਕਈ ਵਾਰੀ ਉਹ ਫਲ ਜਿਹੜੇ ਹਨ ਜ਼ਿਆਦਾ ਕਰਕੇ ਜੇ ਪੁੰਨਿਆ 1 ਮਹੀਨੇ ਤੋਂ ਪਹਿਲਾਂ ਹੀ ਤੋੜ ਦਿਓ, ਪੁੰਨਿਆ ਦਾ ਜੇ ਉਹ ਚੰਦਰਮਾ ਨਾ ਵੇਖੇ ਤੇ ਉਹਦੇ ਵਿੱਚ ਜ਼ਿਆਦਾ ਰਸ ਨਹੀਂ ਆਉਂਦਾ। ਭਾਵ ਕਿ ਜਿੰਨੀ ਵੀ ਪ੍ਰਕਿਰਤੀ ਬਨਸਪਤੀ ਦੇ ਵਿੱਚ ਜੋ ਰਸ ਪੈਂਦਾ, ਜੋ ਉਹਦੇ ਵਿੱਚ ਤਾਕਤ ਊਰਜਾ ਹੁੰਦੀ ਹੈ, ਇਹ ਪਿਆਰਿਓ ਚੰਦਰਮਾ ਕਰਕੇ ਹੁੰਦੀ ਹੈ। ਤਾਂ ਹੀ ਤਾਂ ਵੇਖੋ ਅੱਜ ਵੀ ਕਈ ਜਿਹੜੇ ਹਨ ਪੁਰਾਣੇ ਜੋ ਵੈਦ ਤੇ ਹਿਕਮਤੀ ਕਰਨ ਵਾਲੇ, ਉਹ ਦਵਾਈਆਂ ਜੜੀਆਂ ਬੂਟੀਆਂ ਬਣਾਉਂਦੇ ਹਨ ਤੇ ਦਵਾਈਆਂ ਬਣਾ ਕਰਕੇ ਵਿਸ਼ੇਸ਼ ਉਹਨਾਂ ਨੂੰ ਪਤਾ ਹੁੰਦਾ ਕਿ ਆ ਫਲਾਣੇ ਤਿਥ ਦਾ ਜਿਹੜਾ ਚੰਦਰਮਾ ਜਿਹੜਾ ਫਲਾਣੇ ਮਹੀਨੇ ਦਾ, ਉਹ ਫਿਰ ਦਵਾਈ ਬਣਾ ਕਰਕੇ ਉਹ ਪੁੰਨਿਆ ਦੀ ਰਾਤ ਨੂੰ ਉਹ ਉੱਤੇ ਬਾਰ-ਬਾਰ ਰੱਖ ਲੈਂਦੇ, ਤੇ ਜਦੋਂ ਚੰਦਰਮਾ ਦਾ ਅਕਸ ਉਹਦੇ ਵਿੱਚ ਦਵਾਈ ਦੇ ਵਿੱਚ ਪੈ ਜਾਂਦਾ ਤੇ ਉਹ ਦਵਾਈ ਬਹੁਤ ਪਿਆਰਿਓ ਕਾਰਗਰ ਸਿੱਧ ਹੁੰਦੀ ਹੈ। ਜਿਸ ਤਰ੍ਹਾਂ ਕਿ ਆਪਣੇ ਇਲਾਕੇ ਦੇ ਵਿੱਚ ਵੀ ਕੋਈ ਪੁੰਨਿਆ ਹੁੰਦੀ ਹੈ, ਗੁਰੂ ਪੂਰਨਿਮਾ ਜਾਂ ਕੋਜਾਗਰੀ ਪੂਰਨਿਮਾ ਸ਼ਾਇਦ ਉਹਨੂੰ ਬੋਲਦੇ, ਪੱਕਾ ਤਾਂ ਯਾਦ ਨਹੀਂ ਹੈ, ਲੇਕਿਨ ਉਸ ਰਾਤ ਕੀ ਹੁੰਦਾ ਤੇ ਜ਼ਿਆਦਾ ਕਰਕੇ ਪੁੰਨਿਆ ਦੀ ਰਾਤ ਨੂੰ ਸਾਰੇ ਲੋਕੀ ਤੇ ਖੁੱਲੇ ਦੇ ਵਿੱਚ ਖੁੱਲੇ ਅਸਮਾਨ ਦੇ ਹੇਠ ਦੁੱਧ ਜਿਹੜਾ ਝੜਦਾ ਚੰਦਰਮਾ ਦੇ ਵਿੱਚੋਂ ਉਹਦੇ ਵਿੱਚ ਸਮਾ ਜਾਂਦਾ, ਫਿਰ ਉਹ ਕਈ ਦਵਾਈ ਜੜੀ ਬੂਟੀ ਦਾ ਕੰਮ ਕਰ ਜਾਂਦਾ, ਕਈ ਰੋਗ ਉਹਦੇ ਤੋਂ ਪਿਆਰਿਓ ਠੀਕ ਹੋ ਜਾਂਦੇ ਹਨ। ਇਸ ਤਰ੍ਹਾਂ ਕਹਿਣ ਦਾ ਮਤਲਬ ਹੈ ਕਿ ਚੰਦਰਮਾ ਦੇ ਵਿੱਚੋਂ ਜਿਸ ਤਰ੍ਹਾਂ ਅੰਮ੍ਰਿਤ ਝੜਦਾ ਤੇ ਤੁਹਾਡਾ ਮੁਖਾਰ ਬਿੰਦ ਚੰਦਰਮਾ ਦੇ ਵੱਤ ਹੈ, ਤੇ ਇਹਦੇ ਵਿੱਚੋਂ ਅੰਮ੍ਰਿਤ ਜਿਹੜਾ ਕੀ ਹੈ, ਗੁਰੂ ਦਾ ਇਤਿਹਾਸ ਰੂਪੀ ਅੰਮ੍ਰਿਤ ਝੜਿਆ। ਸਿੱਖ ਬਿੰਦਾਰਿਕ ਪੀ ਵਹੀ ਨਿਤ ਪ੍ਰਤ ਨਹੀਂ ਅਘਾਇ। ਤੇ ਅੱਗੇ ਬਚਨ ਕਰਨਾ ਕੀਤਾ ਕਿ ਸਿੱਖ ਬਿੰਦਾਰਕ ਪੀ ਵਹੀ। ਬਿੰਦਾਰਕ ਦਾ ਮਤਲਬ ਹੁੰਦਾ ਦੇਵਤਾ, ਕਿਉਂਕਿ ਸਿਆਣੇ ਕਹਿੰਦੇ ਹਨ ਪਿਆਰਿਓ, ਸਮੁੰਦਰ ਦੇ ਵਿੱਚੋਂ ਜਦੋਂ ਸਮੁੰਦਰ ਦਾ ਮੰਥਨ ਕਰਨਾ ਕੀਤਾ, ਪੁਰਾਣਾ ਦੇ ਵਿੱਚ ਕਥਾ ਆਉਂਦੀ ਹੈ, ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਵੀ ਪਿਆਰਿਓ ਇਹ ਕਥਾ ਪ੍ਰਾਪਤ ਹੁੰਦੀ ਹੈ, ਕਥਾ ਆਉਂਦੀ ਹੈ ਕਿ ਸਮੁੰਦਰ ਦਾ ਜਦੋਂ ਦੇਵਤਿਆਂ ਨੇ ਤੇ ਦੈਤਾਂ ਨੇ ਮਿਲ ਕਰਕੇ ਜਦੋਂ ਮੰਥਨ ਕਰਨਾ ਕੀਤਾ, ਮਾਧਾਣਾ ਪਰਬਤ ਕਰ ਨੇਤਰ ਬਾਸਕ ਸ਼ਬਦ ਰਿਣ ਕੇ ਓਨ, ਭਾਵ ਕਿ ਮਾਧਾਣਾ ਪਰਬਤ ਨੂੰ ਜਿਹੜਾ ਹੈ ਉਹਨੂੰ ਮਧਾਣੀ ਬਣਾ ਦਿੱਤੀ ਹੈ, ਤੱਛਕ ਨਾਗ ਜਿਹੜਾ ਉਹਨੂੰ ਰੱਸਾ ਬਣਾ ਦਿੱਤਾ, ਤੇ ਇੱਕ ਪਾਸੇ ਦੇਵਤਿਆਂ ਨੇ ਤੇ ਦੂਜੇ ਪਾਸੇ ਦੈਤਾਂ ਨੇ ਫੜ ਕਰਕੇ, ਜਿਸ ਤਰ੍ਹਾਂ ਆਪਾਂ ਜਦੋਂ ਮੱਖਣ ਕੱਢਣਾ ਹੋਵੇ ਨਾ ਦੁੱਧ ਜਾਂ ਮਲਾਈ ਦੇ ਵਿੱਚੋਂ ਆਪਾਂ ਉਹਨੂੰ ਰੇੜਾ ਦਿੰਦੇ ਆ, ਜਦੋਂ ਉਹਨੂੰ ਰਿੜਕੋ ਤੇ ਫਿਰ ਬਾਅਦ ਦੇ ਵਿੱਚ ਉਹਦੇ ਵਿੱਚੋਂ ਮੱਖਣ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਪਿਆਰਿਓ ਜਦੋਂ ਸਮੁੰਦਰ ਨੂੰ ਇਹਨਾਂ ਦੇਵਤਿਆਂ ਨੇ ਤੇ ਦੈਤਾਂ ਨੇ ਜਦੋਂ ਰਿੜਕਣਾ ਕੀਤਾ, ਉਹਦੇ ਵਿੱਚੋਂ 14 ਰਤਨ ਜਿਹੜੇ ਪ੍ਰਾਪਤ ਹੋਏ ਹਨ, 14 ਰਤਨ ਨਿਕਲੇ, ਤੇ ਇਹਦੇ ਵਿੱਚੋਂ ਹੀ ਵੇਖੋ ਤੇ ਅੰਮ੍ਰਿਤ ਵੀ ਇਹਦੇ ਵਿੱਚੋਂ ਨਿਕਲਿਆ ਕਿਹਾ ਜਾਂਦਾ, ਤੇ ਸ਼ਰਾਬ ਜਿਹੜੀ ਹੈ ਤੇ ਜ਼ਿਆਦਾ ਕਰਕੇ ਕਈ ਇਹਨੂੰ 5 ਰਤਨੀ ਬੋਲਦੇ, ਭਾਵ ਕਿ ਉਹਨਾਂ ਨੂੰ ਲੱਗਦਾ ਹੋਵੇਗਾ ਕਿ ਭਈ 5 ਰਤਨੀ ਪਤਾ ਨਹੀਂ ਕੀ ਕੁਛ ਹੈ। ਕਹਿਣ ਦਾ ਮਤਲਬ ਕਿ ਇਹ 14 ਰਤਨਾਂ ਦੇ ਵਿੱਚੋਂ ਇਹ 5ਵਾਂ ਰਤਨ ਹੈ।
ਲੇਕਿਨ ਇਹਦੇ ਵਿੱਚੋਂ ਹੀ ਪਿਆਰਿਓ ਨਾਵਾ ਰਤਨ ਜਿਹੜਾ ਹੈ ਉਹ ਜ਼ਹਿਰ ਵੀ ਨਿਕਲਿਆ। ਕਈ ਇਹ ਕਹਿੰਦੇ ਜੀ ਆ 5 ਰਤਨੀ ਹੈ ਜੀ, 5ਵਾਂ ਰਤਨ ਹੈ। ਲੇਕਿਨ ਫਿਰ ਪਿਆਰਿਓ 5 ਰਤਨੀ ਕਰਕੇ ਤੁਸੀਂ ਬੇਸ਼ੱਕ ਉਹਦਾ ਸੇਵਨ ਕਰਦੇ ਹੋ, ਸ਼ਰਾਬ ਦਾ ਸੇਵਨ ਕਰਦੇ, ਲੇਕਿਨ ਫਿਰ ਨਾਵਾ ਰਤਨ ਜਿਹੜਾ ਹੈ ਉਹ ਫਿਰ ਜ਼ਹਿਰ ਹੈ, ਉਹ ਵੀ ਤਾਂ ਰਤਨ ਹੋਇਆ, ਉਹਦਾ ਸੇਵਨ ਕਿਉਂ ਨਹੀਂ ਕਰਦੇ? ਕਿਉਂਕਿ ਪਤਾ ਹੁੰਦਾ ਕਿ ਭਾਈ ਉਹ ਜੇ ਛਕ ਲਿਆ ਤੇ ਬੰਦੇ ਨੇ ਮਰ ਜਾਣਾ, ਬਚਣਾ ਨਹੀਂ ਹੈ। ਇਸ ਕਰਕੇ ਆਪਾਂ ਉਹਦਾ ਤਾਂ ਨਹੀਂ ਕਰਦੇ ਆ ਕਈ ਕਰਨ ਵਾਲੇ, ਲੇਕਿਨ 5ਵੇਂ ਦਾ ਬੜਾ ਸੇਵਨ ਕਰਦੇ। ਤੇ ਜਦੋਂ ਇਹ ਰਤਨ ਨਿਕਲੇ ਤੇ ਦੇਵਤਿਆਂ ਨੇ ਤੇ ਦੈਤਾਂ ਨੇ ਪਿਆਰਿਓ ਫਿਰ ਇਹ ਰਤਨਾਂ ਦੀ ਵੰਡਵਾਰੀ ਕਰ ਲਈ। ਜਦੋਂ ਸ਼ਰਾਬ ਨਿਕਲੀ ਨਾ 5ਵਾਂ ਰਤਨ, ਤੇ ਦੈਤਾਂ ਨੇ ਜਿਹੜਾ ਭੱਜ ਕਰਕੇ ਸ਼ਰਾਬ ਦੇ ਗ੍ਰਾਹੀ ਬਣ ਗਏ, 5ਵਾਂ ਰਤਨ ਉਹਨਾਂ ਨੇ ਲੈ ਲਿਆ। ਇਸ ਕਰਕੇ ਕਈ ਵਾਰੀ ਆਪਾਂ ਵੇਖਦੇ ਹਾਂ ਇਹਨੂੰ ਸ਼ਰਾਬ ਕਿਉਂ, ਇਹ ਸ਼ਰਾਬ ਜੋ ਸ਼ਬਦ ਜਿਹੜਾ ਨਾ ਇਹ ਅਰਬੀ ਫਾਰਸੀ ਦਾ ਸ਼ਬਦ ਹੈ। ਇਹਨੂੰ ਸੰਸਕ੍ਰਿਤ ਦੇ ਵਿੱਚ ਮਦਰਾ ਬੋਲਦੇ ਹਨ, ਲੇਕਿਨ ਅਰਬੀ ਫਾਰਸੀ ਦੇ ਵਿੱਚ ਸ਼ਰਾਬ ਬੋਲਦੇ ਕਿ ਸ਼ਰਾਰਤੀ ਆਬ। ਆਪ ਦਾ ਮਤਲਬ ਪਾਣੀ, ਜਿਹਨੂੰ ਛਕਣ ਦੇ ਨਾਲ ਮਨ ਦੇ ਵਿੱਚ ਸ਼ਰਾਰਤਾਂ ਪੈਦਾ ਹੋ ਜਾਂਦੀਆਂ। ਬੰਦਾ ਚੰਗਾ ਭਲਾ ਹੁੰਦਾ ਤੇ ਉਹਨੂੰ ਛਕਾ ਦਿਓ, 2 ਘੁੱਟ ਪੈਕ ਲਾ ਦਿਓ, ਜਦੋਂ ਚੜ ਜਾਵੇ ਨਾ ਬੰਦਾ ਕਿਹੋ ਜਿਹਾ ਬਣਤਾਨੀਆਂ ਕਰਦਾ ਹੈ। ਇਸ ਕਰਕੇ ਕਹਿੰਦੇ ਕਿ ਭਾਈ ਇਹ ਸ਼ੈਤਾਨ ਜਿਹੜੇ ਹੁੰਦੇ ਨਾ ਉਹਨਾਂ ਦੀ ਇਹ ਖੁਰਾਕ ਹੈ। ਲੇਕਿਨ ਦੇਵਤਿਆਂ ਨੇ ਕੀ ਕਰਨਾ ਕੀਤਾ, ਅੰਮ੍ਰਿਤ ਜਿਹੜਾ ਹੈ ਅੰਮ੍ਰਿਤ ਦਾ ਪਾਨ ਕੀਤਾ ਹੈ ਤੇ ਉਹਨਾਂ ਨੂੰ ਅੰਮ੍ਰਿਤ ਬੜਾ ਭਾਉਂਦਾ। ਤੇ ਇੱਥੇ ਕਵੀ ਰਾਜ ਜੀ ਨੇ ਬਚਨ ਕਰਨਾ ਕੀਤਾ ਕਿ ਸਿੱਖ ਰੂਪੀ ਦੇਵਤੇ ਜੋ ਹਨ ਤੇ ਉਹਨਾਂ ਨੇ ਫਿਰ ਇੱਕ ਕਥਾ ਰੂਪੀ ਅੰਮ੍ਰਿਤ ਦਾ ਪਾਨ ਕਰਨਾ ਕੀਤਾ। ਨਿਤ ਪ੍ਰਤ ਨਹੀਂ ਅਘਾਏ, ਉਹ ਨਿਤਾ ਪ੍ਰਤੀ ਇਹਦਾ ਪਾਨ ਕਰਦੇ ਹਨ ਪਿਆਰਿਓ, ਮਨ ਤ੍ਰਿਪਤ ਨਹੀਂ ਹੁੰਦਾ, ਮਨ ਰਜਦਾ ਨਹੀਂ ਹੈ। ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ। ਕਿ ਇਹ ਮਹਾਂਪੁਰਖਾਂ ਦੀ ਕਥਾ ਪਿਆਰਿਓ ਬਹੁਤ ਅਚਰਜਤਾ ਨੂੰ ਦੇਣ ਵਾਲੀ ਹੈ। ਤੇ ਪੀਵੈ ਸੰਤ ਮਰਾੜ ਕਰਹਿ ਕੰਤੂ ਹਲ, ਤੇ ਸੰਤ ਰੂਪੀ ਕਈ ਵਾਰੀ ਇੱਥੇ ਤਖਤ ਸਾਹਿਬ ਦੇ ਵਿੱਚ ਵੀ ਪਿਆਰਿਓ ਕਈ ਇਹੋ ਜਿਹੇ ਜਿਗਿਆਸੂ ਸਿੱਖ ਨਾਮ ਤਾਂ ਆਪਾਂ ਪਿਆਰਿਓ ਕਿਹਦਾ ਲਈਏ ਤੇ ਕਈ ਛੁੱਟ ਜਾਂਦੇ। ਹੋ ਸਕਦਾ ਮੈਨੂੰ ਕਈਆਂ ਦਾ ਪਤਾ ਹੋਵੇ ਕਿ ਭਾਈ ਆ ਬੰਦਾ ਆ ਸੁਣਦਾ, ਜਾਂ ਆ ਕਈ ਜਿਹੜੇ ਹਨ ਉਹਨਾਂ ਦਾ ਵਿਚਾਰਿਆਂ ਦਾ ਪਤਾ ਵੀ ਨਹੀਂ ਹੈ। ਉਹ ਪਾਸੇ ਬੈਠ ਕਰਕੇ ਕਈ ਪਿਆਰਿਓ ਜਦੋਂ ਦੱਸਦੇ ਕਿ ਅੱਜ ਕੱਲ ਤਾਂ ਇੰਟਰਨੈਟ ਦਾ ਵੀ ਬਹੁਤ ਵਧੀਆ ਪ੍ਰਬੰਧ ਹੋ ਗਿਆ, ਉਹ ਕਹਿ ਦਿੰਦੇ ਹਨ ਕਿ ਬਾਬਾ ਜੀ ਅਸੀਂ ਤੁਹਾਡੀ ਰੋਜ਼ ਕਥਾ ਸੁਣਦੇ ਆ ਉਸ ਦਿਨ ਆ ਪ੍ਰਸੰਗ ਆਇਆ। ਰੋਜ਼ ਕਹਿਣ ਦਾ ਮਤਲਬ ਕਿ ਇਹ ਕਥਾ ਪਿਆਰਿਓ ਗੁਰੂ ਕੀ ਕਥਾ ਹੈ, ਇਹਦੇ ਵਿੱਚ ਇਹੋ ਜਿਹਾ ਰਸ ਹੈ ਤੇ ਬੰਦਾ ਛਕਦਾ, ਲੇਕਿਨ ਛਕ ਕਰਕੇ ਕਦੇ ਪਿਆਰਿਓ ਤ੍ਰਿਪਤ ਨਹੀਂ ਹੁੰਦਾ। ਇਹ ਪਿਆਸ ਔਰ ਜ਼ਿਆਦੀ ਵੱਧਦੀ ਹੈ ਔਰ ਮਨ ਦੇ ਵਿੱਚ ਪਿਆਸ ਲੱਗ ਜਾਂਦੀ ਹੈ। ਕਈ ਵਾਰੀ ਦੇਖੋ ਮੌਸਮ ਵੀ ਜਦੋਂ ਇਜਾਜ਼ਤ ਨਹੀਂ ਦਿੰਦਾ, ਪਾਲਾ ਕੱਕਰ ਬਰਫ ਬਰਸੈ ਭੀ ਗੁਰਦ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰਸਿੱਖ ਲੰਗ ਗੁਰੂ ਪੈ ਅਜਾਈ। ਕਈ ਕਥਾ ਦੇ ਨੇਮੀ ਪ੍ਰੇਮੀ ਜਿਹੜੇ ਹਨ ਕਥਾ ਨੂੰ ਸਰਵਣ ਕਰਨ ਵਾਸਤੇ ਉਹ ਨਿਤ ਪਿਆਰਿਓ ਭਾਵੇਂ ਜੋ ਮਰਜ਼ੀ ਹੋ ਜਾਵੇ। ਲਾਕਡਾਊਨ ਕਿੰਨਾ ਬਹੁਤ ਕਦੇ ਇਹ ਵੇਖਿਆ ਨਹੀਂ ਸੀ ਕਿ ਇੰਨਾ ਵੱਡਾ ਇਹੋ ਜਿਹਾ ਲਾਕਡਾਊਨ ਲੱਗ ਸਕਦਾ ਕਰਕੇ। ਇਹਨਾਂ ਪਿਆਰਿਓ ਲਾਕਡਾਊਨ ਦੇ ਵਿੱਚ ਵੀ ਕਈ ਨੇਮੀ ਪ੍ਰੇਮੀ ਜਿਹੜੇ ਹਨ ਉਹਨਾਂ ਨੇ ਆ ਕਰਕੇ ਰੋਜ਼ ਦੀ ਹਾਜ਼ਰੀ ਭਰਨੀ ਕੀਤੀ। ਕਈ ਦਰਬਾਰ ਦੇ ਵਿੱਚ ਨਹੀਂ ਆ ਸਕਦੇ ਸੀ, ਉਹ ਬਾਰ-ਬਾਰ ਬੈਠ ਕਰਕੇ ਗੇਟਾਂ ਦੇ ਅੱਗੇ ਬੈਠ ਕਰਕੇ ਉਹਨਾਂ ਨੇ ਪਿਆਰਿਓ ਨਿਤਨੇਮ ਦੇ ਮੁਤਾਬਕ ਉੱਥੇ ਕਥਾ ਨੂੰ ਸਰਵਣ ਕਰਨਾ ਕੀਤਾ। ਕਿਉਂ ਪਿਆਰਿਓ? ਕਿਉਂਕਿ ਇਹ ਵੀ ਇੱਕ ਚਾਹ ਪੈਦਾ ਹੋ ਜਾਂਦਾ ਹੈ। ਤੇ ਮਹਾਰਾਜ ਜੀ ਨੇ ਕਿਹਾ ਨਾ, ਅਮਲੀ ਜੀਵੈ ਅਮਲ ਖਾਏ, ਤਿਉ ਹਰ ਜਨ ਜੀਵੈ ਹਰ ਧਿਆਏ। ਜਿਹੜਾ ਅਮਲੀ ਹੁੰਦਾ ਨਾ, ਅਮਲੀ ਅਮਲ ਕਰਨ ਵਾਲਾ, ਤੇ ਉਹ ਜਦੋਂ ਅਮਲ ਛਕਦਾ, ਨਸ਼ਾ ਕਰਦਾ, ਨਸ਼ਾ ਪੱਤਾ ਲੈਂਦਾ, ਉਹਨੂੰ ਬੜਾ ਰਸ ਆਉਂਦਾ। ਭਾਵੇਂ ਉਹਨੂੰ ਛੱਤੀ ਪਦਾਰਥ ਖਵਾ ਦਿਓ, ਨਸ਼ੇ ਤੋਂ ਵਾਂਝਾ ਕਰ ਦਿਓ, ਉਹਨੂੰ ਰੱਜ ਨਹੀਂ ਆਉਂਦਾ, ਉਹ ਤੜਪ ਜਾਂਦਾ। ਇਸ ਤਰ੍ਹਾਂ ਹੀ ਮਹਾਰਾਜ ਜੀ ਨੇ ਇਹਦਾ ਪਿਆਰਿਓ ਇਹ ਦ੍ਰਿਸ਼ਟਾਂਤ ਹੀ ਦਿੱਤਾ। ਇਹ ਨਾ ਸਮਝੋ ਕਿ ਭਾਈ ਮਹਾਰਾਜ ਜੀ ਨੇ ਕਹਿ ਦਿੱਤਾ ਚਲੋ ਜੀ ਅਮਲ ਕਰਨਾ ਕਰੀਏ, ਤੇ ਮਹਾਰਾਜ ਨੇ ਕਈ ਇਸ ਤਰ੍ਹਾਂ ਗੁਰਬਾਣੀ ਦੇ ਗਲਤ ਅਰਥ ਕਰਦੇ ਹਨ ਤੇ ਆਪਣੇ ਮਨ ਮੁਤਾਬਕ ਅੱਧੀਆਂ ਪੰਕਤੀਆਂ ਦੇ ਉਹ ਅਰਥ ਕਰ ਜਾਂਦੇ। ਤੇ ਉਹ ਕਹਿ ਦਿੰਦੇ, ਮੈਂ ਵੀ ਕਈ ਵਾਰੀ ਸੁਣਿਆ, ਉਹ ਕਹਿ ਦਿੰਦੇ ਕਿ ਭਾਈ ਮਹਾਰਾਜ ਜੀ ਨੇ ਕਿਹਾ ਨਾ ਜੀ ਅਮਲੀ ਜੀਵੈ ਅਮਲ ਖਾਏ।
ਪਿਆਰਿਆ ਉਹਨੂੰ ਕਿਹਾ ਕਿ ਇੱਕ ਕੰਮ ਕਰ, ਇਹ ਤਾਂ ਪੰਕਤੀ ਤੂਨੇ ਬੋਲੀ ਹੈ ਲੇਕਿਨ ਇਹ ਅੱਧੀ ਪੰਕਤੀ ਹੈ, ਅੱਧੀ ਵੀ ਪੰਕਤੀ ਫਿਰ ਅਗਲੀ ਬੋਲ ਨਾ ਫਿਰ। ਤੇ ਮਹਾਰਾਜ ਜੀ ਨੇ ਕਿਹਾ ਤਿਉ ਹਰ ਜਨ ਜੀਵੈ ਹਰ ਧਿਆਏ, ਤੇ ਇਸ ਤਰ੍ਹਾਂ ਹੀ ਪ੍ਰਮਾਤਮਾ ਦਾ ਜਨ ਪ੍ਰਮਾਤਮਾ ਦਾ ਸਿਮਰਨ ਕਰਕੇ ਉਹ ਜੀਵਤ ਰਹਿੰਦਾ। ਇਹ ਤਾਂ ਤੂੰ ਮੰਨ ਲਿਆ ਲੇਕਿਨ ਅਗਲੀ ਪੰਕਤੀ ਨੂੰ ਕੌਣ ਮੰਨੇਗਾ? ਇਹ ਮਹਾਰਾਜ ਜੀ ਨੇ ਦ੍ਰਿਸ਼ਟਾਂਤ ਦਿੱਤਾ ਹੈ। ਇਸ ਤਰ੍ਹਾਂ ਹੀ ਗੁਰੂ ਕੇ ਸਿੱਖ ਪਿਆਰਿਓ ਉਹਨਾਂ ਨੂੰ ਵੀ ਇੱਕ ਨਸ਼ਾ ਲੱਗ ਜਾਂਦਾ, ਅਮਲ ਲੱਗ ਜਾਂਦਾ ਹੈ ਕਥਾ ਦਾ, ਕੀਰਤਨ ਦਾ, ਗੁਰੂ ਘਰ ਦਾ, ਗੁਰੂ ਕੇ ਦਰਸ਼ਨਾਂ ਦਾ ਉਹਨਾਂ ਨੂੰ ਅਮਲ ਲੱਗ ਜਾਂਦਾ। ਭਾਵੇਂ ਉਹਨਾਂ ਨੂੰ ਜਿੰਨੇ ਮਰਜ਼ੀ ਤੁਸੀਂ ਪਦਾਰਥ ਖਵਾਓ, ਜੋ ਮਰਜ਼ੀ ਕਰੋ, ਲੇਕਿਨ ਜਦੋਂ ਉਹ ਗੁਰੂ ਘਰ ਤੋਂ ਵਾਂਝਾ ਰਹਿ ਜਾਵੇ, ਕਥਾ ਕੀਰਤਨ ਤੋਂ ਨਿਤਨੇਮੀ ਵਾਂਝਾ ਰਹਿ ਜਾਵੇ, ਉਹ ਤੜਪ ਉੱਠਦਾ ਹੈ, ਉਹਦੇ ਅੰਦਰੋਂ ਚੀਕਾਂ ਨਿਕਲ ਜਾਂਦੀਆਂ। ਕਈ ਵਾਰੀ ਫਿਰ ਉਹ ਬੜੇ ਬਹਿਬਲ ਹੋ ਜਾਂਦੇ, ਮਨ ਛਿੜਛਿੜਾ ਹੋ ਜਾਂਦਾ। ਕਈ ਗੁਰਮੁਖ ਪਿਆਰੇ ਫਿਰ ਪਿਆਰਿਓ ਦੱਸਦੇ ਹਨ ਕਿ ਕਈਆਂ ਦਾ ਇਹੋ ਜਿਹਾ ਨੇਮ ਜੇ ਬਣ ਜਾਵੇ ਤੇ ਨੇਮ ਜਦੋਂ ਪੂਰਾ ਨਹੀਂ ਹੁੰਦਾ ਉਹ ਬੜੇ ਛਿੜਛਿੜੇ ਜੇ ਹੋ ਜਾਂਦੇ। ਸਿਆਣੇ ਕਹਿੰਦੇ ਕੋਈ ਨਹੀਂ, ਉਹਨੂੰ ਕਿਉਂ ਕਿ ਜਾ ਪਈ ਤੂੰ ਗੁਰੂ ਘਰ ਦੇ ਵਿੱਚ ਮੱਥਾ ਟੇਕੇ ਆ ਜਾਂ ਕਥਾ ਕੀਰਤਨ ਸੁਣ ਕੇ ਆ, ਉਹਦਾ ਨਿਤਨੇਮ ਪੂਰਾ ਹੋ ਜਾਵੇਗਾ ਤਾਂ ਪਿਆਰਿਓ ਤੇ ਮਨ ਸ਼ਾਂਤ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਕਥਾ ਦਾ ਵੀ ਪਿਆਰਿਓ ਇੱਕ ਰਸ ਹੈ। ਇਹ ਸਤਿਗੁਰੂ ਮਹਾਰਾਜ ਜੀ ਦੀ ਕਥਾ ਹੀ ਇਹੋ ਜੀ ਹੈ। ਕਈ ਗੁਰਮੁਖ ਪਿਆਰੇ ਪਿਆਰਿਓ ਕਈ ਸਾਲਾਂ ਤੋਂ, ਕਈ ਵਰਿਆਂ ਤੋਂ, ਆ ਹੁਣ ਵੀ ਕਈ ਵਿਚਾਰੇ ਪੈਂਟ ਸ਼ਰਟ ਪਹਿਨ ਕਰਕੇ ਆਮ ਸੰਸਾਰੀ ਜੀਵਨ ਜਿਉਂਦੇ ਹਨ, ਲੇਕਿਨ ਨਿਤਨੇਮ ਦੇ ਨਾਲ ਰੋਜ਼ ਜਿਹੜਾ ਹੈ ਉਹਨਾਂ ਵੀਰਾਂ ਨੇ ਆਉਣਾ। ਆ ਕਰਕੇ ਕਈ ਵਾਰੀ ਸਾਡੇ ਤੋਂ ਕੁਝ ਥੋੜੀ ਜੀ ਗਲਤੀ ਹੋ ਜਾਏ, ਕੁਝ ਰਹਿ ਵੀ ਜਾਵੇ ਨਾ, ਉਹ ਸਾਨੂੰ ਦੱਸ ਦਿੰਦੇ ਹਨ। ਕਈ ਗੁਰਮੁਖ ਪਿਆਰੇ ਮੌਜੂਦ ਹਨ ਅੱਜ ਵੀ ਤਖਤ ਸਾਹਿਬ ਜੀ ਦੇ ਵਿੱਚ, ਸ਼ਾਇਦ ਉਹ ਸੁਣਦੇ ਹੋਣਗੇ। ਨਾਮ ਤਾਂ ਆਪਾਂ ਨਹੀਂ ਕਹਿ ਸਕਦੇ ਹਾਂ, ਲੇਕਿਨ ਪਿਆਰਿਓ ਧੰਨਤਾ ਦੇ ਯੋਗ ਹੈ ਉਹ ਕਈ ਸਾਲਾਂ ਤੋਂ। ਲੇਕਿਨ ਕਥਾ ਪਿਆਰਿਓ ਇਹ ਇਤਿਹਾਸ ਨਹੀਂ ਹੈ, ਇਹ ਕਥਾ ਹੈ ਰਸਦਾਇਕ ਹੈ। ਜਿੰਨਾ ਆਪਾਂ ਸੁਣਦੇ ਹਾਂ ਉਨਾ ਰਸ ਆਉਂਦਾ, ਉਨਾ ਚਾਹ ਪੈਦਾ ਹੁੰਦਾ। ਕਦੇ ਨਾਗਾ ਪੈ ਜਾਵੇ ਤੇ ਫਿਰ ਮਨ ਦੇ ਵਿੱਚ ਬਹੁਤ ਜ਼ਿਆਦਾ ਬਹਿਬਲਤਾਈ ਹੁੰਦੀ ਹੈ। ਕਈ ਗੁਰਮੁਖ ਪਿਆਰੇ ਪਿਆਰਿਓ ਉਹ ਕਈ ਵਾਰੀ ਬਾਹਰ ਜਾਣਾ ਆਉਣਾ ਪਿਆ ਕੁਝ ਦਿਨਾਂ ਦਾ, ਤੇ ਉਹਨਾਂ ਨੇ ਪਹਿਲਾਂ ਹੀ ਫਿਰ ਆ ਕਰਕੇ ਕਈ ਉਹ ਪੁੱਛ ਲੈਂਦੇ ਕਿ ਆ ਕਥਾ ਚੱਲ ਰਹੀ ਹੈ, ਅੱਗੇ ਵੀ ਜਿਹੜੀ ਹੈ ਸੰਖੇਪ ਦੇ ਵਿੱਚ ਸਾਨੂੰ ਦੱਸ ਦਿਓ, ਨਹੀਂ ਤਾਂ ਸਾਡਾ ਮਨ ਉੱਥੇ ਹੀ ਭਟਕਦਾ ਜਾਂਦਾ, ਕਾਂਟਾ ਉੱਥੇ ਹੀ ਅਟਕ ਜਾਂਦਾ ਕਿ ਮਹਾਰਾਜ ਇੱਥੇ ਗਏ ਅੱਗੇ ਕੀ ਹੋਇਆ, ਇਹ ਤੋਂ ਅੱਗੇ ਕੀ ਹੋਇਆ, ਉਹ ਤੋਂ ਅੱਗੇ ਕੀ ਹੋਇਆ, ਤੇ ਮਨ ਉੱਥੇ ਹੀ ਸਾਡਾ ਰਹਿ ਨਾ ਜਾਵੇ, ਸੰਖੇਪ ਦੇ ਵਿੱਚ ਦੱਸ ਦਿਓ। ਤੇ ਕਈ ਵਾਰੀ ਉਹਨਾਂ ਨੂੰ ਫਿਰ ਦੱਸਣਾ ਪੈਂਦਾ ਕਿ ਭਾਈ ਇਸ ਤਰ੍ਹਾਂ ਮਹਾਰਾਜ ਜੀ ਨੇ ਇਹ ਕੌਤਕ ਵਰਤਾਇਆ, ਉਹ ਕੌਤਕ ਇੱਥੇ ਇਹ ਸਾਖੀ ਹੈ। ਫਿਰ ਉਹ ਕਹਿ ਦਿੰਦੇ ਠੀਕ ਹੈ ਜੀ, ਇਹ 4-5 ਦਿਨ ਦਾ ਕੋਟਾ ਪੂਰਾ ਹੋ ਗਿਆ, ਫਿਰ ਬਾਅਦ ਵਿੱਚ ਅਸਾਂ ਨੇ ਆ ਜਾਣਾ ਹੈ। ਇਹ ਇਹੋ ਜੀ ਕਥਾ ਹੈ। ਕਵੀ ਰਾਜ ਜੀ ਕਹਿੰਦੇ ਚੌਪਈ ਇਸकी ਮਹਿਮਾ ਕਹੀ ਨਾ ਜਾ। ਇਹ ਜੋ ਕਥਾ ਨਾ ਇਤਿਹਾਸ ਦੀ ਕਥਾ ਜਾਂ ਗੁਰਬਾਣੀ ਦੀ ਕਥਾ ਪਿਆਰਿਓ, ਇਹਦੀ ਕੋਈ ਮਹਿਮਾ ਜਿਹੜੀ ਹੈ, ਸੁਨ ਹਰ ਕਥਾ ਉਤਾਰੀ ਮੈਲ, ਇਹਦੀ ਕੋਈ ਮਹਿਮਾ ਨਹੀਂ ਕਹਿ ਸਕਦਾ। ਸੁਨ ਕੇ 4 ਪਦਾਰਥ ਪਾ, ਸਿਰਫ ਸਰਵਣ ਕਰਨ ਕਰਕੇ ਹੀ ਪਿਆਰਿਓ 4 ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਨਹੀਂ ਅਲੱਭ ਵਸਤੂ ਹੈ ਕੋਈ, ਇਹ ਗੁਰੂ ਘਰ ਦੇ ਵਿੱਚ ਅਲੱਭ ਵਸਤੂ ਜਿਹੜੀ ਹੈ ਕੋਈ ਨਹੀਂ ਹੈ। ਜਿਉ ਪਾਰਸ ਧਨ ਟੋਟ ਨਾ ਹੋਈ, ਜਿਹਦੇ ਕੋਲ ਪਾਰਸ ਆ ਜਾਵੇ ਨਾ, ਪਾਰਸ ਦਾ ਪੱਥਰ ਆ ਜਾਵੇ, ਉਹਦੇ ਘਰ ਦੇ ਵਿੱਚ ਮਾਇਆ ਦਾ ਕੋਈ ਤੋਟਾ, ਕੋਈ ਕਮੀ ਨਹੀਂ ਰਹਿੰਦੀ। ਪਰ ਉਪਕਾਰ ਕੀਓ ਜਗ ਪਰ ਤੁਮ। ਸਤਿਗੁਰੂ ਮਹਾਰਾਜ ਜੀ ਨੂੰ ਭਾਈ ਬਾਲਾ ਜੀ ਕਹਿੰਦੇ, ਸਤਿਗੁਰੂ ਮਹਾਰਾਜ ਆਪ ਜੀ ਨੇ ਸੰਸਾਰ ਦੇ ਉੱਤੇ ਬੜੇ ਪਰ ਉਪਕਾਰ ਕੀਤੇ। ਮਹਿਮਾ ਅਪਰ ਨਾ ਕੋ ਇਸਕੇ ਸਮ, ਆਪ ਜੀ ਦੇ ਸਮਾਨ ਕਿਹਦੀ ਮਹਿਮਾ ਨਹੀਂ ਪਹੁੰਚ ਸਕਦੀ ਹੈ। ਆਪ ਜੀ ਦੀ ਵੱਡਾ ਤੇਰਾ ਦਰਬਾਰ, ਸੱਚਾ ਤੁਹ ਤਖਤ, ਸਿਰ ਸ਼ਾਹਾਂ ਪਾਤਸ਼ਾਹ, ਨਹਿ ਚਲ ਚਵਰ ਛਤ ਹੋ। ਸੁਨ ਹੈ ਪੜ੍ਹੈ ਹਿਤ ਕਰ ਪੁਨ ਸੁਨ ਹੈ। ਜਿਹੜੇ ਸੁਣਦੇ ਹਨ, ਜਿਹੜੇ ਪਿਆਰਿਓ ਕਥਾ ਨੂੰ ਸੁਣਦੇ, ਫਿਰ ਕਈ ਜਿਹੜੇ ਹਨ ਪੜ੍ਹਦੇ ਹਨ, ਫਿਰ ਹਿਤ ਕਰ ਪੁਨ ਸੁਨ ਹੈ, ਉਹਨਾਂ ਦੇ ਅੰਦਰ ਹਿਤ ਜਾਗ ਜਾਂਦਾ, ਪ੍ਰੇਮ ਜਾਗ ਜਾਂਦਾ। ਇਹ ਨਹੀਂ ਕਹਿੰਦੇ ਕਿ ਨਹੀਂ ਜੀ ਆ ਤਾਂ ਇਤਿਹਾਸ ਦੀ ਕਥਾ ਸਾਨੇ ਸੁਣੀ ਹੋਈ ਹੈ। ਉਹਨਾਂ ਨੂੰ ਪਿਆਰਿਓ ਔਰ ਚਾਅ ਚੜ ਜਾਂਦਾ, ਫਿਰ ਤੋਂ ਆ ਕਰਕੇ ਰਿਪੀਟ ਕਰਦੇ, ਉਹ ਫਿਰ ਤੋਂ ਸੁਣਦੇ। ਪ੍ਰੀਤ ਕਰਹਿ ਸ਼੍ਰੀ ਗੁਰ ਗੁਣ ਗੁਣ ਹੈ, ਉਹ ਪ੍ਰੀਤ ਕਰਦੇ ਹਨ ਸਤਿਗੁਰੂ ਮਹਾਰਾਜ ਜੀ ਦੇ ਗੁਣਾਂ ਨੂੰ, ਉਹ ਗੁਣਦੇ ਹਨ। ਕਿਉਂਕਿ ਕਥਾ ਪਿਆਰਿਓ ਸਿਰਫ ਕੰਨ ਦਾ ਰਾਸੀ ਬਣ ਕੇ ਨਾ ਰਹਿ ਜਾਵੇ। ਆਹਾ ਬਹੁਤ ਵਧੀਆ ਕਥਾ ਹੈ ਜੀ, ਬੜਾ ਪਿਆਰਾ ਦ੍ਰਿਸ਼ਟਾਂਤ ਦਿੱਤਾ। ਇਹ ਪਿਆਰਿਓ ਸਿਰਫ ਕੰਨ ਦਾ ਰਸ ਹੋ ਜਾਵੇਗਾ।
ਜੇ ਕਥਾ ਨੂੰ ਸੁਣ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਜੀਵਨ ਨੂੰ ਆਪਾਂ ਆਪਣੇ ਉੱਤੇ ਢਾਲਦੇ ਆਂ, ਗੁਣਦੇ ਆਂ, ਤਾਂ ਜਾ ਕਰਕੇ ਇਹਦਾ ਲਾਭ ਪ੍ਰਾਪਤ ਹੋਣਾ। ਕਲੁਕ ਬਿਪੁਲ ਬਿਕਲਾਹ ਪਰਾਹੀ। ਸਤਿਗੁਰੂ ਮਹਾਰਾਜ ਭਾਈ ਬਾਲਾ ਜੀ ਕਹਿੰਦੇ ਕਲਖ ਬਿਪੁਲ ਬਿਕਲਾਹੇ ਪਰਾਹੀ, ਭਾਵ ਕਿ ਜਿਹੜਾ ਵੀ ਕਥਾ ਸੁਣਦਾ ਉਹਦੇ ਸਾਰੇ ਪਾਪ ਖਤਮ ਹੋ ਜਾਂਦੇ ਹਨ। ਨਿਸ਼ਚਾ ਤਰੇ ਸ਼ਾਂਤ ਭੈ ਆਹੀ। ਜਿਹੜਾ ਨਿਸ਼ਚਾ ਧਾਰਨ ਕਰਦਾ ਉਹਦੇ ਮਨ ਦੇ ਵਿੱਚ ਸ਼ਾਂਤੀ ਆ ਜਾਂਦੀ ਹੈ। ਸ਼੍ਰੀ ਨਾਨਕ ਪਦ ਪੰਕਜ ਮਾਹੀ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਵਿੱਚ ਸ਼ਰਧਾ ਵਧੈ ਮੁਕਤ ਫਲ ਤਾਹੀ। ਜਿਹੜੀ ਇਹ ਕਥਾ ਨੂੰ ਸਰਵਣ ਕਰਦੇ ਹਨ, ਜਿਨ੍ਹਾਂ ਨੇ ਸਰਵਣ ਕੀਤਾ ਉਹਨਾਂ ਦੀ ਸ਼ਰਧਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤੇ ਅਖੀਰ ਨੂੰ ਉਹਨਾਂ ਨੂੰ ਮੁਕਤੀ ਦਾ ਫਲ ਪ੍ਰਾਪਤ ਹੋ ਜਾਂਦਾ। ਇਹ ਕਥਾ ਦਾ ਮਹਾਤਮ ਭਾਈ ਬਾਲਾ ਜੀ ਨੇ ਦੱਸਿਆ। ਪੁਨ ਬਾਲੇ ਬੰਦੇ ਦਵੈ ਹਾਥ। ਫਿਰ ਭਾਈ ਬਾਲੇ ਨੇ ਦੋਵੇਂ ਹੱਥ ਜੋੜ ਕਰਕੇ ਬੰਦਨਾ ਕੀਤੀ। ਬੋਲਿਓ ਬਚਨ ਸੁਨਹੁ ਮਮ ਨਾਥਾ। ਬਚਨ ਉਚਾਰਨ ਕੀਤਾ ਕਿ ਹੇ ਮੇਰੇ ਨਾਥ ਸਤਿਗੁਰੂ ਜੀਓ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਭਇਓ ਹਦੂਰ ਜਿਤੋ ਇਤਿਹਾਸ। ਮੇਰੇ ਹਦੂਰ, ਮੇਰੇ ਸਾਹਮਣੇ ਜਿੰਨਾ ਇਤਿਹਾਸ ਘਟਿਆ ਹੈ ਸੋ ਵਰਣਨ ਕੀਨੋ ਤੁਧ ਪਾਸ। ਉਹ ਤਾਂ ਮਹਾਰਾਜ ਮੈਨੇ ਵਰਣਨ ਕਰ ਦਿੱਤਾ, ਯਾਦ ਕਰ ਕਰਕੇ ਮਹਾਰਾਜ ਉਹ ਆਪ ਜੀ ਨੂੰ ਦੱਸ ਦਿੱਤਾ ਹੈ। ਇਸ ਆਗੇ ਸੁਧ ਮੋਹ ਨ ਕੋ। ਇਹ ਤੋਂ ਅੱਗੇ ਤਾਂ ਮੈਨੂੰ ਕਿਤੇ ਭਾਈ ਬੂਢਾ ਜੀ ਆਏ ਹਨ। ਉਹ ਤੋਂ ਬਾਅਦ ਮੈਂ ਆਪਣੇ ਨਗਰ ਤਲਵੰਡੀ ਦੇ ਵਿੱਚ ਚੱਲ ਗਿਆ ਤੇ ਉੱਥੇ ਹੀ ਮੈਨੇ ਕਾਲ ਚਲਾਣਾ ਕਰਨਾ ਕੀਤਾ। ਉਹ ਉੱਥੇ ਹੀ ਮੈਨੇ ਅਕਾਲ ਚਲਾਣਾ ਜਾ ਕਰਕੇ ਕਰਨਾ ਹੈ ਤੇ ਇੱਥੋਂ ਤੱਕ ਮੈਨੂੰ ਪਤਾ ਹੈ। ਲੇਕਿਨ ਇਤੋਂ ਅਗਲੀ ਕਥਾ ਫਿਰ ਆਪ ਜੀ ਨੂੰ ਪਤਾ ਹੋਵੇਗੀ ਜਾਂ ਦੂਜੇ ਸਿੱਖਾਂ ਨੂੰ ਪਤਾ ਹੋਵੇਗੀ। ਰਾਵਰ ਸਰਬ ਜਾਨ ਹੋ ਸੋ। ਉਹ ਤਾਂ ਸਾਰੀ ਕਥਾ ਸਤਿਗੁਰੂ ਜੀਓ ਆਪ ਜੀ ਜਾਣਦੇ ਹੋ। ਜਰਾ ਗ੍ਰਸੀ ਅਬ ਕਾਇਆ ਮੇਰੀ। ਕਹਿੰਦੇ ਭਾਈ ਬਾਲਾ ਜੀ ਮਹਾਰਾਜ ਮੇਰੀ ਕਾਇਆ ਜਿਹੜੀ ਹੈ, ਕਾਇਆ ਨੂੰ ਜਰਾ ਨੇ ਆ ਕਰਕੇ, ਬੁਢਾਪੇ ਨੇ ਆ ਕਰਕੇ ਗ੍ਰਸ ਲੈਣਾ ਕੀਤਾ। ਲਖੋ ਆਰਬਲ ਭਈ ਬਡੇਰੀ। ਮੇਰੇ ਸਰੀਰ ਦੀ ਆਰਬਲਾ ਵੀ ਬਹੁਤ ਜ਼ਿਆਦੀ ਵੱਧ ਗਈ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਹੁਤ ਲੰਬਾ ਸਮਾਂ ਬਾਅਦ ਤੱਕ ਭਾਈ ਬਾਲਾ ਜੀ ਜੀਵਤ ਰਹੇ ਹਨ। ਇਹ ਅਬ ਛੂਟਹਿ ਬਚਨ ਨਿਜ ਕਰੀਏ। ਹੁਣ ਕਿਰਪਾ ਕਰੋ ਮਹਾਰਾਜ, ਆਪ ਜੀ ਬਚਨ ਕਰੋ ਤੇ ਇਹ ਕਾਇਆ ਤੋਂ ਮੇਰਾ ਛੁਟਕਾਰਾ ਹੋ ਜਾਵੇ, ਇਹ ਸਰੀਰ ਦੇ ਬੰਧਨ ਤੋਂ ਮੈਂ ਮੁਕਤ ਹੋ ਜਾਵਾਂ ਤੇ ਮੇਰੀ ਜੋਤ ਗੁਰੂ ਨਾਨਕ ਦੇ ਵਿੱਚ ਜਾ ਕਰਕੇ ਸਮਾ ਜਾਵੇ। ਜਗ ਸਾਗਰ ਤੇ ਮੋਹ ਉਧਰੀਏ। ਇਹ ਜੋ ਜਗਤ ਦਾ ਸਾਗਰ ਹੈ ਨਾ, ਇਹਦੇ ਤੋਂ ਮੇਰਾ ਉਧਾਰ ਕਰਨਾ ਕਰੋ। ਸ਼੍ਰੀ ਅੰਗਦ ਸੁਨ ਕੇ ਮੁਸਕਾਨੇ। ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਭਾਈ ਬਾਲੇ ਦੇ ਇਹ ਬਚਨਾਂ ਨੂੰ ਸੁਣ ਕਰਕੇ ਮੁਸਕਰਾਨਾ ਕੀਤਾ। ਕਿਉਂ ਅਸ ਆਪ ਉਤਾਇਲ ਠਾਨੇ। ਸਤਿਗੁਰੂ ਜੀ ਕਹਿਣ ਲੱਗੇ ਭਾਈ ਬਾਲਾ ਜੀ ਬੜੀ ਤੁਸੀਂ ਉਤਾਇਲਤਾ ਕਹਿੰਦੇ ਨਾ ਕਿ ਬੜੀ ਕਾੜੀ ਪਈ ਹੈ ਤੁਹਾਨੂੰ ਚਲਾਣਾ ਕਰਨ ਦੀ, ਕਿਉਂਕਿ ਪਿਆਰਿਓ ਗੁਰਸਿੱਖੀ ਦੇ ਵਿੱਚ ਇਹ ਸ਼ਬਦ ਜਿਹੜਾ ਹੈ ਇਹ ਤਾਂ ਖਾਲਸੇ ਦੇ ਬੋਲ ਬਾਲੇ ਹਨ। ਕਿਉਂਕਿ ਜਦੋਂ ਮੌਤ ਆਉਂਦੀ ਨਾ, ਮੌਤ ਤੁਹਾਨੂੰ ਘਸੀਟ ਕੇ ਲੈ ਕੇ ਜਾਂਦੀ ਹੈ, ਭਾਵ ਕਿ ਮੌਤ ਅੱਗੇ ਹੁੰਦੀ ਜਿਸ ਤਰ੍ਹਾਂ ਆਪਾਂ ਕਿਸੇ ਜਾਨਵਰ ਨੂੰ ਫੜ ਕੇ ਗਲ ਵਿੱਚ ਰੱਸਾ ਪਾ ਕਰਕੇ ਉਹਨੂੰ ਘਸੀਟ ਕੇ ਲੈ ਕੇ ਜਾਂਦੇ ਆ ਤੇ ਉਹ ਜਾਨਵਰ ਆਉਣ ਵਾਸਤੇ ਤਿਆਰ ਨਹੀਂ ਹੁੰਦਾ, ਮਾਲਕ ਉਹਨੂੰ ਘਸੀਟ ਕੇ ਲੈ ਕੇ ਜਾਂਦਾ। ਇੰਜ ਆਮ ਲੋਕਾਂ ਦਾ ਹਾਲ ਹੁੰਦਾ। ਲੇਕਿਨ ਖਾਲਸੇ ਦੇ ਬੋਲੇ ਵਿੱਚ ਆਪਾਂ ਬੋਲਦੇ ਨਾ ਕਿ ਭਾਈ ਫਲਾਣਾ ਸਿੰਘ ਚਲਾਣਾ ਕਰ ਗਿਆ, ਅਕਾਲ ਚਲਾਣਾ ਕਰ ਗਿਆ, ਇਹਦਾ ਮਤਲਬ ਹੈ ਤੇ ਉਹਨੂੰ ਮੌਤ ਨਹੀਂ ਲੈ ਕੇ ਗਈ, ਇਹ ਮੌਤ ਦੇ ਉੱਤੇ ਚਾਲੇ ਮਾਰ ਕੇ ਗਿਆ। ਮਰਨਾ ਤਾਂ ਹੈ ਲੇਕਿਨ ਇਹਦੇ ਵਿੱਚ ਫਰਕ ਪੈ ਜਾਂਦਾ ਕਿ ਕੋਈ ਤੈਨੂੰ ਘਸੀਟ ਕੇ ਲੈ ਕੇ ਜਾਵੇ ਤੇ ਇਹ ਗੁਲਾਮ ਦੀ ਨਿਸ਼ਾਨੀ ਹੁੰਦੀ ਹੈ, ਕੋਈ ਅੱਗੇ ਜਾਵੇ ਤੇ ਉਹ ਤੁਹਾਡੇ ਪਿੱਛੇ, ਤੁਸੀਂ ਅੱਗੇ ਜਾਓ ਤੇ ਕੋਈ ਤੁਹਾਡੇ ਮਗਰ ਆ ਜਾਵੇ, ਫਿਰ ਤੁਸੀਂ ਗੁਲਾਮ ਨਹੀਂ ਰਹਿ ਜਾਂਦੇ, ਤੁਸੀਂ ਮਾਲਕ ਬਣ ਗਏ ਤੇ ਉਹ ਗੁਲਾਮ ਬਣ ਜਾਂਦੀ ਹੈ। ਮੌਤ ਜਦੋਂ ਵੀ ਕਿਹਨੂੰ ਮਾਰਦੀ ਤੇ ਮੌਤ ਮਾਲਕ ਬਣ ਕੇ ਆ ਕਰਕੇ, ਗੁਲਾਮ ਬਣਾ ਕਰਕੇ ਉਹਨੂੰ ਮਾਰ ਕੇ ਲੈ ਕੇ ਜਾਂਦੀ। ਲੇਕਿਨ ਉਹ ਗੁਰੂ ਕੇ ਸਿੱਖ ਧੰਨਤਾ ਦੇ ਯੋਗ ਹਨ ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕਰਨੀ ਕੀਤੀ ਤੇ ਮੌਤ ਉਹਨਾਂ ਨੂੰ ਕੀ ਘਸੀਟ ਕੇ ਲੈ ਕੇ ਜਾਣਾ, ਉਹ ਕਾਲ ਦੇ ਮਾਲਕ ਬਣ ਕਰਕੇ
ਕਾਲ ਦੇ ਅੱਗੇ ਚਲਾਣਾ ਕਰਕੇ ਜਾਂਦੇ ਤੇ ਕਾਲ ਉਹਨਾਂ ਦੇ ਮਗਰ ਮਗਰ ਆਉਂਦਾ। ਅਬ ਦਵੈ ਮਾਸ ਬੈਸ ਹੈ ਤੇਰੀ। ਨਾਲ ਹੁਣ ਮਹਾਰਾਜ ਜੀ ਨੇ ਕਹਿ ਦਿੱਤਾ, ਭਾਈ ਬਾਲਾ ਜੀ ਹੁਣ ਤਾਂ ਤੁਹਾਡੇ 2 ਮਹੀਨੇ ਰਹਿ ਗਏ ਹਨ। ਪੁਨ ਸ਼ਰੀਰ ਹੈ ਭਸਮ ਸੋ ਢੇਰੀ। ਫਿਰ ਉਸ ਤੋਂ ਬਾਅਦ ਤਾਂ ਇਹ ਤਨ ਜਾਏਗਾ, ਸਕੋ ਤਾਲੇ ਹੋ ਬਹੋਰ, ਇਹ ਤਨ ਤੁਹਾਡਾ ਚੱਲ ਜਾਵੇਗਾ। ਤਬ ਲਗ ਹਮ ਟਿਕ ਰਹੋ ਹਿਤ ਸਾਥਾ। ਤਾਂ ਸਤਿਗੁਰੂ ਜੀ ਕਹਿਣ ਲੱਗੇ 2 ਮਹੀਨਾ ਤਾਂ ਹੈ ਨਾ ਤੁਹਾਡੇ ਕੋਲ, ਉਦੋਂ ਤੱਕ ਸਾਡੇ ਕੋਲ ਰਹਿਣਾ ਕਰੋ। ਪਰਚੋ ਸੁਨਹੁ ਕਰਹੁ ਗੁਰ ਗਾਥਾ। ਤੇ ਇੱਥੇ ਰਹਿ ਕਰਕੇ ਤੁਸੀਂ ਪਰਚ ਨਾ ਕਰੋ, ਔਰ ਕੋਈ ਕਥਾ ਰਹਿ ਗਈ, ਕੋਈ ਯਾਦ ਆ ਗਿਆ ਤਾਂ ਤੁਸੀਂ ਸਾਨੂੰ ਦੱਸ ਦੇਣਾ ਕਰੋ। ਸੁਨ ਕੇ ਹਰਖਤ ਵਹਿ ਕਰ ਬਾਲਾ। ਸੁਣ ਕਰਕੇ ਭਾਈ ਬਾਲਾ ਜੀ ਬੜੇ ਪ੍ਰਸੰਨ ਹੋਏ। ਰਹਿਓ ਸਮੀਪ ਸੁਖਦ ਤਹਿ ਕਾਲਾ। ਤੇ ਸਤਿਗੁਰੂ ਮਹਾਰਾਜ ਜੀ ਦੇ ਕੋਲ ਸੁਖਦ ਤਹਿ ਕਾਲਾ, ਸੁੱਖਾਂ ਨੂੰ ਵਿਚਰ ਕਰਕੇ ਸੁੱਖਾਂ ਦੀ ਪ੍ਰਾਪਤੀ ਕਰਨ ਵਾਸਤੇ ਮਹਾਰਾਜ ਜੀ ਦੇ ਕੋਲ ਰਹਿ ਗਏ। ਇਹਨੂੰ ਤਾਂ ਕਹਿੰਦੇ ਨਾ ਪਿਆਰਿਓ, ਕਾਲ ਚਲਾਣਾ ਕਰਨਾ। ਭਾਵ ਕਿ ਜਦੋਂ ਮੌਤ ਦੀ ਗੱਲ ਆ ਜਾਵੇ ਬੰਦਾ ਕੰਬ ਜਾਂਦਾ, ਹਲ ਜਾਂਦਾ ਬੰਦਾ, ਉਹਨੂੰ ਸੁੱਧ ਬੁੱਧ ਵਿਸਰ ਜਾਂਦੀ ਹੈ। 2 ਮਹੀਨੇ ਜਦੋਂ ਲਾਗੇ ਆ ਜਾਵੇ ਨਾ ਪਿਆਰਿਓ, ਤਾਂ ਫਿਰ 2 ਮਹੀਨੇ ਵੀ ਬਸ 2 ਦਿਨ ਦੇ ਵਾਂਗੂ ਬਤੀਤ ਹੋ ਥਾ ਸਕਦਾ। ਉਹ ਤਾਂ ਮੌਤ ਨੂੰ ਵੀ ਮਜ਼ਾਕਾਂ ਕਰਦੇ ਹਨ। ਤੇ ਆਮ ਕੋਈ ਵਿਅਕਤੀ ਹੋਵੇ, ਉਹਨੇ ਕਹਿਣਾ ਜੀ ਕੋਈ ਗੱਲ ਨਹੀਂ ਹੈ, 2 ਮਹੀਨੇ ਰਹਿ ਗਏ, ਚਲੋ ਮੈਂ ਛੇਤੀ ਜਾਵਾਂ, ਪਰਿਵਾਰ ਨੂੰ ਸਾਂਭ ਲਵਾਂ, ਇਹ ਕਰ ਦੇਵਾਂ, ਉਹ ਕਰ ਦੇਵਾਂ, ਆਪਾਂ ਇਹ ਜੰਜਾਲ ਦੇ ਵਿੱਚ ਰਹਿਣਾ। ਲੇਕਿਨ ਮਹਾਰਾਜ ਜੀ ਨੇ ਕਿਹਾ 2 ਮਹੀਨੇ ਹੈ, ਤੇ ਮਹਾਰਾਜ ਜੀ ਨੇ ਕਿਹਾ ਰਹੋ ਇੱਥੇ। ਤਾਂ ਕਹਿੰਦੇ ਕੋਈ ਗੱਲ ਨਹੀਂ ਹੈ ਮਹਾਰਾਜ, ਤੁਹਾਡੇ ਕੋਲ ਹੀ ਰਹਿਣਾ ਹੈ। ਕਹੈ ਸੁਨੈ ਗੁਰ ਕੇ ਗੁਣ ਔਰੀ। ਤੇ ਔਰ ਸਤਿਗੁਰੂ ਮਹਾਰਾਜ ਜੀ ਦੇ ਕਥਾ ਨੂੰ ਕਹੋਗੇ ਤੇ ਉਹਨਾਂ ਨੂੰ ਆਪਾਂ ਨੇ ਗੁਣਨ ਕਰਨਾ ਹੈ, ਮਨਨ ਕਰਨਾ ਹੈ। ਇਹ ਸਾਰੀ ਕਥਾ ਪਿਆਰਿਓ, ਆ ਜਿਹੜੀ ਕਥਾ ਵਾਪਰ ਰਹੀ ਨਾ, ਤੇ ਜਦੋਂ ਆਪ ਜੀ ਜਾਓ ਸ੍ਰੀ ਖਡੂਰ ਸਾਹਿਬ ਦਰਸ਼ਨ ਕਰਨ ਵਾਸਤੇ, ਤੇ ਉੱਥੇ ਤਪਿਆਣਾ ਸਾਹਿਬ, ਜਦੋਂ ਆਪਾਂ ਹਜੂਰ ਸਾਹਿਬ ਦੀ ਵੱਡੀ ਅਰਦਾਸ ਕਰਦੇ ਆ, ਉਹਦੇ ਵਿੱਚ ਵੀ ਤਪਿਆਣਾ ਸਾਹਿਬ ਦਾ ਜ਼ਿਕਰ ਆਉਂਦਾ। ਇਹ ਖਡੂਰ ਸਾਹਿਬ ਦੇ ਵਿੱਚ ਹੀ ਮੌਜੂਦ ਹੈ। ਇਹ ਉਹ ਅਸਥਾਨ ਹੈ ਤਪਿਆਣਾ ਸਾਹਿਬ, ਜਿੱਥੇ ਭਾਈ ਬਾਲਾ ਜੀ ਬੈਠ ਕਰਕੇ ਕਥਾ ਉਚਾਰਨ ਕਰਦੇ ਸਨ। ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੰਗਤਾਂ ਸਮੇਤ, ਸਿੱਖਾਂ ਦੇ ਸਮੇਤ ਕਥਾ ਨੂੰ ਸਰਵਣ ਕਰਦੇ। ਅੱਜ ਵੀ ਪਿਆਰਿਓ ਸ੍ਰੀ ਖਡੂਰ ਸਾਹਿਬ ਦੇ ਵਿੱਚ ਉਹ ਪਾਵਨ ਅਸਥਾਨ ਕਾਇਮ ਹੈ। 2 ਮਾਸ ਜਬ ਬਿਤੇ ਬਹੋਰੀ। ਜਦੋਂ 2 ਮਹੀਨੇ ਜਦੋਂ ਪੂਰੇ ਹੋਏ, ਪਰਾਲਬਧ ਭੋਗੀ ਨਿਜ ਜਬ ਹੀ। ਉਹਨਾਂ ਨੇ ਜਦੋਂ ਆਪਣੀ ਪੂਰੀ ਪਰਾਲਬਧ ਜਿਹੜੀ ਹੈ, ਕਿਉਂਕਿ ਪਰਾਲਬਧ ਸਾਨੂੰ ਭੋਗਣੀ ਪੈਂਦੀ ਹੈ, ਪਰਾਲਬਧ ਜਦੋਂ ਉਹਨਾਂ ਦੀ ਖਤਮ ਹੋ ਗਈ, ਆਇਓ ਸਮਾਤਨ ਬਿਨਸਨ ਤਬ ਹੀ। ਤੇ ਤਨ ਦਾ ਵਿਨਾਸ਼ਨ ਦਾ ਸਮਾਂ ਜਿਹੜਾ ਹੈ ਭਾਈ ਬਾਲਾ ਜੀ ਦਾ, ਉਹ ਲਾਗੇ ਆ ਕਰਕੇ ਪਹੁੰਚ ਗਿਆ। ਸ਼੍ਰੀ ਅੰਗਦ ਕੋ ਕਰਕੇ ਬੰਧਨ। ਤੇ ਉਹਨਾਂ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਆ ਕਰਕੇ ਬੰਦਨਾ ਕੀਤੀ ਹੈ। ਔਰ ਧਿਆਨ ਤਰ ਦੋਖ ਨਿਕੰਦਨ। ਫਿਰ ਅੱਖਾਂ ਨੂੰ ਬੰਦ ਕਰਕੇ ਦੋਖ ਨਿਕੰਦਨ, ਭਾਵ ਕੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਸਤਿਗੁਰਾਂ ਦਾ ਧਿਆਨ ਹਿਰਦੇ ਵਿੱਚ ਧਾਰਨ ਕਰਨਾ ਕੀਤਾ। ਧਰਨੀ ਕੋ ਪੁਨੀਤ ਕਰਵਾਏ। ਆਪ ਪਿਆਰਿਓ ਦੇਖੋ, ਜਦੋਂ ਇਹ ਆਪਾਂ ਪ੍ਰਸੰਗ ਪੜ੍ਹਦੇ ਆ, ਮਨ ਇੱਕਦਮ ਗਦਗਦ ਹੋ ਜਾਂਦਾ। ਆਪ ਪੂਰੀ ਵਿਧ ਉਹਨਾਂ ਨੇ ਕਰਨੀ ਕੀਤੀ ਹੈ, ਕਿਉਂਕਿ ਇਹੀ ਤਾਂ ਪਿਆਰਿਓ ਮਹਾਂਪੁਰਖਾਂ ਦੇ ਲੱਛਣ ਹੁੰਦੇ ਹਨ। ਉਹ ਕਾਲ ਨੂੰ ਵੀ ਪਿਆਰਿਓ ਫਿਰ ਇੱਕ ਮਜ਼ਾਕ ਦੇ ਵਿੱਚ, ਆਨੰਦ ਦੇ ਵਿੱਚ ਲੈਂਦੇ, ਕਿਉਂਕਿ ਮਹਾਰਾਜ ਜੀ ਨੇ ਕਿਹਾ ਨਾ, ਜਹ ਮਰਨੇ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਕਾਸਿਆ। ਮੈਂ ਨਾ ਮਰੋ ਮਰਬੋ ਸੰਸਾਰਾ, ਅਬ ਮੋਹਿ ਮਿਲਿਓ ਹੈ ਜੀਵਾਵਨ ਹਾਰਾ। ਮੈਂ ਮਰਨਾ ਨਹੀਂ ਹੈ ਭਾਈ, ਕਿਉਂਕਿ ਮੈਨੂੰ ਸਾਰਿਆਂ ਨੂੰ ਜਿਵਾਉਣ ਵਾਲਾ ਰੱਬ ਪ੍ਰਾਪਤ ਹੋ ਗਿਆ। ਉਹ ਮੌਤ ਤੋਂ ਡਰਦੇ ਨਹੀਂ ਹਨ, ਉਹ ਤਾਂ ਮੌਤ ਦੇ ਨਾਲ ਵੀ ਮਜ਼ਾਕਾਂ ਕਰਦੇ ਹਨ। ਤੇ ਇਸ ਤਰ੍ਹਾਂ ਪੂਰਾ ਆਪਣਾ ਪ੍ਰਬੰਧ, ਕਦੇ ਵੇਖਿਆ ਪਿਆਰਿਓ ਇਸ ਤਰ੍ਹਾਂ ਕੋਈ ਬੰਦਾ, ਅਵਲ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਭਾਈ ਕਦੋਂ ਮਰਨਾ ਹੈ। ਕਈ ਵਾਰੀ ਕੋਈ ਦੱਸ ਵੀ ਦਵੇ ਨਾ, ਕਈ ਵਾਰੀ ਡਾਕਟਰ ਕਹਿ ਵੀ ਦਿੰਦੇ ਕਿ ਭਾਈ ਤੂੰ ਜ਼ਿਆਦਾ ਦਿਨ ਦਾ ਮਹਿਮਾਨ ਨਹੀਂ ਹੈ। ਬੰਦੇ ਨੂੰ ਪਿਆਰਿਓ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਉਹ ਆ ਕਹਿੰਦਾ ਜੀ, ਉਹ ਕਰਦਾ। ਕਹਿੰਦੇ ਇੱਕ ਸ਼ਾਹੂਕਾਰ ਜਿਹੜਾ, ਉਹਨੂੰ ਦਵਾਖਾਨੇ ਦੇ ਵਿੱਚ ਪਾਇਆ ਗਿਆ, ਉਹ ਮਰਨ ਸਈਆ ਦੇ ਉੱਤੇ ਪਿਆ ਹੋਇਆ ਸੀ। ਡਾਕਟਰਾਂ ਨੇ ਜਵਾਬ ਦੇ ਦਿੱਤਾ, ਕਹਿ ਦਿੱਤਾ, ਸ਼ਾਹੂਕਾਰ ਜੀ ਤੁਸਾਂ ਜ਼ਿਆਦਾ ਸਮਾਂ ਨਹੀਂ ਰਹਿਣਾ।
3-4 ਘੰਟੇ ਤੁਸੀਂ ਰਹੋਗੇ, ਉਸ ਤੋਂ ਬਾਅਦ ਮੈਂ ਗਰੰਟੀ ਨਹੀਂ ਦੇ ਸਕਦਾ, ਤੁਸਾਂ ਨੇ ਫਿਰ ਮਾਰੀ ਜਾਣਾ। ਤੇ ਸ਼ਾਹੂਕਾਰ ਨੂੰ ਮਿਲਣ ਵਾਸਤੇ ਪਿਆਰਿਓ ਬਹੁਤ ਵੱਡਾ ਉਹਦਾ ਪਰਿਵਾਰ ਸੀ, ਬਹੁਤ ਵੱਡਾ ਉਹਦਾ ਕਾਰੋਬਾਰ। ਤੇ ਪਰਿਵਾਰ ਵਾਲਿਆਂ ਨੂੰ ਵੀ ਜਦੋਂ ਪਤਾ ਚੱਲ ਗਿਆ, ਧੀਆਂ ਪੁੱਤ ਨਾਤੀ ਪੋਤਰੇ ਸਾਰੇ ਆ ਕੇ ਸ਼ਾਹੂਕਾਰ ਦੇ ਲਾਗੇ ਜਾ ਕਰਕੇ ਖੜ ਗਏ। ਸ਼ਾਹੂਕਾਰ ਨੇ ਵੇਖਿਆ, ਸਾਰਿਆਂ ਨੂੰ ਅੱਖਾਂ ਭਰ ਕੇ ਵੇਖਦਾ, ਕਹਿੰਦਾ ਜੀ ਪੂਰਾ ਪਰਿਵਾਰ ਆ ਗਿਆ। ਤੇ ਕਹਿੰਦਾ ਕਿ ਵੱਡਾ ਕਿੱਥੇ ਹੈ? ਤੇ ਵੱਡਾ ਕਹਿਣ ਲੱਗਾ, ਹਾਂ ਬਾਪੂ ਮੈਂ ਇੱਥੇ ਆ। ਤੇ ਕਹਿੰਦਾ ਜੀ ਮਜਲਾ ਕਿੱਥੇ ਆ? ਉਹ ਕਹਿੰਦਾ ਜੀ ਮੈਂ ਉੱਥੇ ਆ ਜੀ, ਮੈਂ ਵੀ ਤੁਹਾਡੇ ਲਾਗੇ ਹੀ ਆ। ਛੋਟਾ ਕਿੱਥੇ ਆ? ਫਲਾਨਾ ਨਾਤੀ ਪੋਤਰਾ। ਜਦੋਂ ਸਾਰਿਆਂ ਦਾ ਪੁੱਛ ਲਿਆ, ਅਖੀਰ ਦੇ ਵਿੱਚ ਸ਼ਾਹੂਕਾਰ ਕਹਿੰਦਾ, ਬੇਈਮਾਨੋ ਮਰ ਜਾਓ, ਸਾਰੇ ਇੱਥੇ ਆ ਗਏ, ਦੁਕਾਨ ਕੌਣ ਜਾ ਕਰਕੇ ਸਾਂਭੇਗਾ? ਮੈਂ ਮਰ ਥੋੜੀ ਚਲਿਆ, ਮਰਦਾ ਜਾਣਾ, ਜਾਓ ਆਪਣਾ ਕੰਮ ਕਾਜ ਕਰੋ, ਦੁਕਾਨ ਨੂੰ ਜਾ ਕਰਕੇ ਸਾਂਭੋ। ਸਾਰੇ ਆ ਕਰਕੇ ਮੇਰੇ ਲਾਗੇ ਬੈਠ ਗਏ। ਕਹਿਣ ਦਾ ਮਤਲਬ ਕਿ ਜਦੋਂ ਬੰਦਾ ਮਰਦਾ ਵੀ ਆਣਦੀ ਪਈ ਹੋਈ ਆ, ਆਪਣੀ ਮੌਤ ਦੀ ਨਹੀਂ, ਲੇਕਿਨ ਗੁਰੂ ਕੇ ਪਿਆਰੇ ਉਹ ਤਾਂ ਮੌਤ ਨੂੰ ਵੀ ਪਿਆਰੇ ਉਹ ਚਲਾਣਾ ਕਰਕੇ ਉਹਦੇ ਉੱਤੇ ਹਾਵੀ ਬਣ ਕੇ ਜਾਂਦੇ ਹਨ। ਆਪ ਭਾਈ ਬਾਲਾ ਜੀ ਨੇ ਕਹਿ ਕਰਕੇ ਆਸਣ ਚੰਗੀ ਤਰ੍ਹਾਂ ਵਿਛਾਉਣਾ ਕੀਤਾ, ਉਹਨੂੰ ਪਵਿੱਤਰ ਕਰਨਾ ਕੀਤਾ। ਪੌੜਿਓ ਸ਼੍ਰੀ ਨਾਨਕ ਉਰ ਧਿਆਏ। ਤੇ ਉਥੇ ਫਿਰ ਜਾ ਕਰਕੇ ਦੇਖੋ ਕਿਹੋ ਜਿਹਾ ਨਜ਼ਾਰਾ ਹੋਵੇਗਾ। ਕਦੇ ਸੁਰਤੀ ਦੀ ਉਡਾਰੀ ਮਾਰ ਕਰਕੇ ਪਿਆਰਿਓ ਕਥਾ ਨੂੰ ਸਰਵਣ ਕਰੀਏ। ਤੇ ਸਤਿਗੁਰੂ ਮਹਾਰਾਜ ਜੀ ਖੜੇ ਹੋਏ ਹਨ, ਗੁਰੂ ਅੰਗਦ ਦੇਵ ਜੀ ਮਹਾਰਾਜ, ਸਾਰੀਆਂ ਸੰਗਤਾਂ ਤੇ ਆਸਨ ਨੂੰ ਪਵਿੱਤਰ ਕਰਨਾ ਕੀਤਾ, ਵਿਛਾ ਕਰਕੇ ਪਲੰਗੇ ਦੇ ਉੱਤੇ ਤੇ ਬੈਠ ਗਏ। ਬੈਠ ਕਰਕੇ ਸਾਰਿਆਂ ਨੂੰ ਫਤਿਹ ਬੁਲਾਈ ਹੈ, ਹੱਥ ਜੋੜ ਕੇ ਨਮਸਕਾਰ ਕਰਨਾ ਕੀਤਾ, ਮੰਜੇ ਤੇ ਲੇਟ ਗਏ ਤੇ ਉਤੋਂ ਚਾਦਰਾ ਲੈ ਲਿਆ। ਤਨਕ ਬਿਖੈ ਨਿਜ ਤਨ ਕੋ ਤਿਆਗੀ। ਤਨਕ ਦੇ ਵਿੱਚ ਬਸ ਰੱਤਾ ਮਾਤਰ ਸਮੇਂ ਦੇ ਵਿੱਚ ਆਪਣੇ ਤਨ ਦਾ ਤਿਆਗ ਕੀਤਾ। ਪਹੁੰਚਿਓ ਪਰਮ ਪਦੰ ਵੱਡ ਭਾਗੀ। ਬਹੁਤ ਵੱਡ ਭਾਗੇ ਹਨ ਭਾਈ ਬਾਲਾ ਜੀ, ਪਰਮ ਪਦਵੀ ਨੂੰ ਉਹਨਾਂ ਨੇ ਪ੍ਰਾਪਤ ਕਰਨਾ ਕੀਤਾ। ਸ਼੍ਰੀ ਅੰਗਦ ਮਹਿ ਜੋਤ ਸਮਾਨੀ। ਤੇ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਵਿੱਚ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋਤ ਗੁਰੂ ਅੰਗਦ ਦੇਵ ਜੀ ਟਿਕਾ ਦਿੱਤੀ ਹੈ, ਹੁਣ ਇਹਨਾਂ ਨੇ ਆਪਣੀ ਜੋਤ ਮਹਾਰਾਜ ਜੀ ਦੇ ਅੰਦਰ ਟਿਕਾ ਦਿੱਤੀ, ਇੱਕ ਹੋ ਗਏ। ਜਿਉਂ ਪਾਣੀ ਮਹਿ ਮਿਲ ਹੈ ਪਾਣੀ। ਜਿਸ ਤਰ੍ਹਾਂ ਪਾਣੀ ਦੇ ਵਿੱਚ ਪਾਣੀ ਇੱਕ ਮਿਕ ਹੋ ਜਾਂਦਾ, ਮਿਲ ਜਾਂਦਾ। ਤਹਿ ਸ੍ਰੀ ਤ੍ਰੇਹਨ ਕੁਲ ਰਾਈ। ਉਸ ਵੇਲੇ ਤ੍ਰੇਹਨ ਕੁਲ ਦੀਪਕ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿ ਕੇ ਭਲੀ ਚਿਤਾ ਕਰਵਾਈ। ਆਪ ਨੇ ਕਹਿ ਕਰਕੇ ਚੰਗੀ ਤਰ੍ਹਾਂ ਚਿਖਾ ਜਿਹੜੀ ਹੈ ਬਣਾਉਣੀ ਕੀਤੀ, ਸਜਾਉਣੀ ਕੀਤੀ। ਸਿੱਖਨ ਤੇ ਤਨਕੂ ਉਚਵਾਏ। ਤੇ ਸਿੱਖਾਂ ਨੂੰ ਕਹਿ ਕਰਕੇ ਮੋਢਾ ਦੇਣਾ ਕੀਤਾ, ਭਾਵ ਕੇ ਪੂਰਾ ਅੰਤਮ ਸੰਸਕਾਰ ਵਿਵਾਨ ਸਜਾਇਆ ਹੈ। ਰਾਖਿਓ ਉਪਰ ਤਾਹਿ ਬਨਾ। ਤੇ ਵਿਵਾਨ ਸਜਾ ਕਰਕੇ ਉਹਦੇ ਉੱਤੇ ਉਹਨਾਂ ਦਾ ਪਾਰਥਿਵ ਸਰੀਰ ਜਿਹੜਾ ਸਜਾਉਣਾ ਕੀਤਾ। ਆ ਵਿਵਾਨ ਦੀ ਵੀ ਜੋ ਮਰਿਆਦਾ ਹੈ ਨਾ ਪਿਆਰਿਓ, ਕਈ ਵਾਰੀ ਬੰਦਾ ਮਰਦਾ ਨਾ ਤੇ ਉਹਨਾਂ ਨੂੰ ਆਪਣੇ ਅਹੰਕਾਰ ਦੀ ਪਈ ਹੋਈ ਹੁੰਦੀ ਹੈ। ਅਸਲ ਦੇ ਵਿੱਚ ਵਿਵਾਨ ਉਹਨਾਂ ਦਾ ਸਜਾਇਆ ਜਾਂਦਾ ਜਿਨ੍ਹਾਂ ਨੇ ਬਹੁਤ ਵੱਡੇ ਪੰਥਕ ਕਾਰਜ ਕਰਨੇ ਕੀਤੇ, ਪੰਥ ਦੇ ਵਾਸਤੇ ਆਪਣਾ ਜਿਨ੍ਹਾਂ ਨੇ ਲੇਖਾ ਦਿੱਤਾ ਹੈ, ਬਹੁਤ ਉੱਚ ਅਦਾਰਿਆਂ ਤੇ ਰਹਿ ਕਰਕੇ ਪੰਥ ਨੂੰ ਚੜ੍ਹਦੀ ਕਲਾ ਦੇ ਵਿੱਚ ਜੋ ਲੈ ਕੇ ਗਏ, ਉਹਨਾਂ ਗੁਰਮੁਖਾਂ ਦਾ ਵਿਵਾਨ ਨਿਕਲਦਾ। ਲੇਕਿਨ ਅੱਜ ਕੱਲ ਤਾਂ ਪਿਆਰਿਓ ਇਹ ਸਭ ਮਾਇਆ ਦੇ ਚੋਂਚਲੇ ਬਣ ਗਏ। ਮਾਫ ਕਰਨਾ ਪਿਆਰਿਓ, ਕਿਸੇ ਨੂੰ ਟਾਰਗੇਟ ਕਰਕੇ ਨਹੀਂ, ਸਿਰਫ ਇੱਕ ਮਾਇਆ ਦੇ ਚੋਂਚਲੇ ਬਣ ਗਏ। ਕਿਹਦਾ ਰੁਤਬਾ ਵੱਡਾ ਹੋਵੇ, ਚੰਗੀ ਮਾਇਆ ਹੋਵੇ, ਬੰਦਾ ਤਾਂ ਮਰ ਜਾਂਦਾ, ਆਪਣੀ ਸ਼ਾਨੋ ਸ਼ੌਕਤ ਦੇ ਵਾਸਤੇ ਕਹਿ ਦਿੰਦੇ ਜੀ ਆ ਫਲਾਣੇ ਦਾ ਵਿਵਾਨ ਕੱਢਣਾ। ਤੇ ਲੇਕਿਨ ਪਿਆਰਿਓ ਇਹ ਮਰਿਆਦਾ ਜਿਹੜੀ ਹੈ ਵਿਵਾਨ ਦੀ ਅਸਲ ਦੇ ਵਿੱਚ, ਤੇ ਜਿਨ੍ਹਾਂ ਨੇ ਪੰਥ ਦੇ ਵਾਸਤੇ ਆਪਣਾ ਸਭ ਕੁਝ ਵਾਰਿਆ, ਬਹੁਤ ਜ਼ਿਆਦਾ ਪੰਥ ਦੀ ਜਿਨ੍ਹਾਂ ਨੇ ਸੇਵਾ ਕਰਨੀ ਕੀਤੀ, ਉਹ ਅਸਲ ਦੇ ਵਿੱਚ ਵਿਵਾਨ ਦੇ ਹੱਕਦਾਰ। ਭਾਵੇਂ ਕਈਆਂ ਨੂੰ ਲੱਗਦਾ ਚਲੋ ਜੀ ਵਿਵਾਨ ਤੇ ਚੜਾਓ, ਭਾਵੇਂ ਜਿੱਥੇ ਮਰਜੀ ਚੜਾਓ, ਲੇਕਿਨ ਬੰਦੇ ਦੇ ਨਾਲ ਵਿਵਾਨ ਤੇ ਨਾਲ ਇਹ ਦੱਬ ਨਹੀਂ ਜਾਣਾ, ਨਾਲ ਇਹ ਲੱਕੜਾਂ ਨੇ ਨਹੀਂ ਜਾਣਾ, ਉਹਦੇ ਨਾਲ ਤਾਂ ਉਹਦੇ ਕਰਮ ਜਾਣਗੇ। ਕਈ ਵਾਰੀ ਆਪਾਂ ਨੂੰ ਲੱਗਦਾ ਜੀ ਵਿਵਾਨ ਸਜਾ ਲਿਆ, ਤੇ ਵਿਵਾਨ ਸਜਾਉਣ ਦੇ ਨਾਲ ਕੋਈ ਥੋੜੀ ਗਾਰੰਟੀ ਦਿੰਦਾ ਕਿ ਭਾਈ ਵਿਵਾਨ ਸਜਾ ਲਿਆ ਤੇ ਸਿੱਧਾ ਸਵਰਗਾਂ ਨੂੰ ਚੱਲ ਜਾਵੇਗਾ। ਉਹਦਾ ਤਾਂ ਕੋਈ ਪਤਾ ਨਹੀਂ ਹੈ ਕਿਹਨੇ ਸਵਰਗ ਨੂੰ ਤੇ ਕਿਹਨੇ ਨਰਕ ਨੂੰ ਜਾਣਾ ਹੈ। ਭਾਵੇਂ ਜਿੰਨਾ ਮਰਜੀ ਤੁਸੀਂ ਢੋਲ ਢਮਕੇ ਵਜਾ ਲਿਓ, ਜਿੰਨਾ ਮਰਜੀ ਵਿਵਾਨ ਆਦਿ ਕਰ ਲਿਓ, ਲੇਕਿਨ ਬੰਦੇ ਨੇ ਜਿੱਥੇ ਜਾਣਾ, ਜਿੱਥੇ ਉਹਦੇ ਕਰਮਾਂ ਨੇ ਲੈ ਕੇ ਜਾਣਾ, ਬੰਦੇ ਨੇ ਉੱਥੇ ਹੀ ਜਾਣਾ।
ਸਿਰਫ ਇਹ ਸੰਸਾਰੀ ਚੋਂਚਲੇ ਰਹਿ ਜਾਂਦੇ ਹਨ। ਬਹਰੂ ਆਪ ਨਿਕਟ ਚਲ ਆਏ, ਔਰ ਬਾਅਦ ਵਿੱਚ ਸਤਿਗੁਰੂ ਮਹਾਰਾਜ ਆਪ ਲਾਗੇ ਆ ਗਏ। ਤ੍ਰਿਣ ਅਗਨੀ ਕੋ ਹਾਥ ਉਚਾਏ, ਸਤਿਗੁਰੂ ਮਹਾਰਾਜ ਜੀ ਨੇ ਜੋ ਅਗਨੀ ਦਾ ਤ੍ਰਿਣ ਜਿਹੜਾ ਜਿਹਦੇ ਨਾਲ ਲਾਂਬੂ ਦਿੱਤਾ ਜਾਂਦਾ ਉਹਨੂੰ ਹੱਥ ਵਿੱਚ ਲਿਆ। ਤਬ ਸਿੱਖ ਬਰਜ ਰਹੇ ਬਹੁ ਬਾਰੀ, ਸਿੱਖਾਂ ਨੇ ਕਿਹਾ ਕੋਈ ਨਹੀਂ ਮਹਾਰਾਜ, ਅਸੀਂ ਇਹ ਅੰਤਮ ਕਿਰਿਆ ਕਰ ਦਿੰਦੇ ਹਾਂ। ਨਿਜ ਕਰ ਸੰਗ ਦਾਹੁ ਦੇ ਜਾਰੀ, ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਹੀਂ ਭਾਈ, ਇਹ ਸਾਡਾ ਪਿਆਰਾ ਹੈ, ਸਾਡਾ ਅਨੰਨ ਸੇਵਕ ਹੈ। ਕਿਉਂਕਿ ਜੋ ਮੁਖਾਗਨੀ ਦਿੰਦੇ ਹਨ, ਲਾਂਬੂ ਦਿੰਦੇ ਹਨ, ਆਪਣਾ ਬੰਦਾ ਜਿਹੜਾ ਪਰਿਵਾਰ ਦਾ ਜੋ ਮੈਂਬਰ ਹੋਵੇ ਤੇ ਲੜਾਈ ਕਰ ਜਾਵੇ ਤਾਂ ਪਿਓ, ਜੇ ਕੋਈ ਨਹੀਂ ਹੋਵੇ ਤੇ ਲਾਗਲੇ ਬੰਦੇ ਇਹ ਲਾਂਬੂ ਦਿੰਦੇ ਹਨ, ਇਹ ਕਾਰਜ ਕਰਦੇ ਹਨ। ਲੇਕਿਨ ਸਤਿਗੁਰੂ ਮਹਾਰਾਜ ਜੀ ਤੋਂ ਨਿਕਟਵਰਤੀ ਭਾਈ ਬਾਲਾ ਜੀ ਦਾ ਕੌਣ ਸੀ? ਬੇਸ਼ੱਕ ਪਰਿਵਾਰ ਹੋਵੇਗਾ ਉੱਥੇ, ਲੇਕਿਨ ਫਿਰ ਵੀ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਹੱਥਾਂ ਦੇ ਨਾਲ ਉਹਨਾਂ ਦਾ ਦਾਹ ਸੰਸਕਾਰ ਕਰਨਾ ਕੀਤਾ। ਜਿਹ ਸਤਿਗੁਰ ਕੋ ਸੇਵਕ ਪਿਆਰੇ, ਜਿਹੜੇ ਸਤਿਗੁਰਾਂ ਦੇ ਸੇਵਕ ਹੁੰਦੇ ਪਿਆਰੇ ਹੁੰਦੇ, ਅਪਰ ਨ ਕਿਛ ਗਿਣਤੀ ਉਰ ਧਾਰੇ, ਸਤਿਗੁਰੂ ਮਹਾਰਾਜ ਉਹਨਾਂ ਦੇ ਵਾਸਤੇ ਕੋਈ ਗਿਣਤੀਆਂ ਮਿਣਤੀਆਂ ਨਹੀਂ ਕਰਦੇ ਹਨ। ਵੈਸੇ ਬਹੁਰ ਸਰਬ ਸਿੱਖ ਮਾਹੀ, ਫਿਰ ਬਾਅਦ ਦੇ ਵਿੱਚ ਸਾਰੇ ਸਿੱਖਾਂ ਦੇ ਜਦੋਂ ਅੰਤਮ ਸੰਸਕਾਰ ਕਰਕੇ ਆ ਗਏ ਤੇ ਜਦੋਂ ਅੰਤਮ ਅਰਦਾਸਾ ਜਦੋਂ ਕਰਦਾ ਸੀ ਉੱਥੇ ਆ ਕਰਕੇ ਬੈਠੇ। ਬਾਲੇ ਕੀ ਉਸਤਤ ਬਹੁ ਪ੍ਰਾਹੀ, ਸਾਰਿਆਂ ਨੇ ਮਿਲ ਕਰਕੇ ਭਾਈ ਬਾਲਾ ਜੀ ਦੀ ਬੇਅੰਤ ਉਸਤਤੀ ਕਰਨੀ ਕੀਤੀ। ਧੰਨ ਧੰਨ ਸਭੀ ਨਰ ਕਹਿ, ਸਾਰੇ ਮਨੁੱਖ ਕਹਿੰਦੇ ਹਨ ਪਿਆਰਿਓ, ਇਹੋ ਜਿਹੇ ਮਹਾਂਪੁਰਖਾਂ ਨੂੰ ਆਪਾਂ ਵੀ ਧੰਨਤਾ ਦੇ ਯੋਗ ਕਹਿਣਾ ਕਰੀਏ, ਆਪਾਂ ਵੀ ਉਚਾਰਨ ਕਰਨਾ ਕਰੀਏ। ਧੰਨ ਸ਼੍ਰੀ ਬਾਲਾ ਜੀ, ਧੰਨ ਸ਼੍ਰੀ ਬਾਲਾ ਜੀ, ਧੰਨ ਸ਼੍ਰੀ ਬਾਲਾ ਜੀ। ਤੇ ਜਿਨ੍ਹਾਂ ਨੇ ਭਾਈ ਬਾਲਾ ਤੇ ਜਿਨ੍ਹਾਂ ਨੇ ਪਿਆਰਿਓ ਬਹੁਤ ਵੱਡਾ ਸਤਿਗੁਰੂ ਮਹਾਰਾਜ ਜੀ ਦਾ ਇਹ ਇਤਿਹਾਸ ਲਿਖਣਾ ਕੀਤਾ। ਜੇ ਭਾਈ ਬਾਲਾ ਜੀ ਇਹ ਕਥਾ ਨਹੀਂ ਸਰਵਣ ਕਰਾਉਂਦੇ ਤਾਂ ਪਿਆਰਿਓ ਕੌਣ ਕਵੇਗਾ ਇਹ ਕਥਾ? ਆਪਾਂ ਵਾਂਝੇ ਰਹਿ ਜਾਵਾਂਗੇ। ਇਸ ਕਰਕੇ ਉਹ ਧੰਨਤਾ ਦੇ ਯੋਗ ਹਨ। ਜਦੋਂ ਮਹਾਰਾਜ ਜੀ ਨੇ ਆਪ ਉਹਨਾਂ ਨੂੰ ਧੰਨਤਾ ਦੇ ਯੋਗ ਕਹਿ ਦਿੱਤਾ ਕਿ ਭਾਈ ਬਾਲਾ ਤੂੰ ਧੰਨ ਹੈ, ਭਾਈ ਬਾਲਾ ਤੂੰ ਧੰਨ ਹੈ, ਤੇ ਆਪਾਂ ਨੂੰ ਵੀ ਕਹਿਣਾ ਬਣਦਾ ਹੈ। ਸ਼੍ਰੀ ਨਾਨਕ ਹਿਤਕਾਰੀ ਇਹੀ, ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਹ ਪਰਮ ਪ੍ਰੇਮੀ ਹੈ। ਇਤ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉੱਤਰਾਰਧੇ ਭਾਈ ਬਾਲੇ ਕੋ ਪਰਲੋਕ ਗਮਨ ਪ੍ਰਸੰਗ ਵਰਣਨੰ ਨਾਮ 46ਵਾਂ ਅਧਿਆਏ। ਇੱਥੇ ਪਿਆਰਿਓ 46ਵਾਂ ਅਧਿਆਇ ਜਿਹਦੇ ਵਿੱਚ ਭਾਈ ਬਾਲਾ ਜੀ ਪਰਲੋਕ ਗਮਨ ਕਰਦੇ ਹਨ, ਇਹ ਇਤਿਹਾਸ ਦੀ ਸਮਾਪਤੀ ਹੁੰਦੀ ਹੈ। ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਵਿਚਾਰ ਕਰਦੇ ਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਪਾਰ ਬ੍ਰਹਮ ਅਬਨਾਸੀ ਅਖਨਾਸ, हे ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। हे ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕਾ। हे ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ। हे ਅਪਰੰਪਰ ਹਰ ਹਰੇ, ਹੈ ਪੀਹੋ ਅਨਹਾਰ। हे ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। हे ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮਦਾਨ, ਰਾਖਾਂ ਜੈ ਪਰੋਏ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤਾ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੈ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਗੁਰ ਪ੍ਰਸਾਦ ਜਪ
ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੂ ਵਾਹੂ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਸੋਜੀ ਪਿਆਰੇ ਗੋਬਿੰਦ ਸਿੰਘ ਜੀ। ਸੋਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੂ ਵਾਹੂ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੂ ਵਾਹੂ ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ ਮਾਫੀ ਬਖਸ਼ਣੀ ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ ਸੋਨੇ